ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਅੱਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਹੈ। ਆਓ ਆਪਾਂ ਰਾਤ ਵੀ ਵਿਚਾਰ ਕੀਤੀ ਸੀ, ਜੋ ਉਹਨਾਂ ਉਪਦੇਸ਼ ਦਿੱਤਾ, ਉਹਨਾਂ ਸਮਝਾਇਆ ਕਿ ਕਿਸ ਕਾਰਨ ਸਾਨੂੰ ਇੱਥੇ ਸੰਸਾਰ ਦੇ ਵਿੱਚ ਆਉਣਾ ਪਿਆ ਤੇ ਕੀ ਕਹਿ ਕੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ ਗਿਆ। ਆਪਾਂ ਵਿਚਾਰਦੇ ਸੀ, ਉਹਨਾਂ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਪਰਮੇਸ਼ਰ ਨੇ ਜਦੋਂ ਭਗਤੀ ਕਰ ਰਹੇ ਸੀ ਤੇ ਕਹਿ ਕੇ ਫਿਰ ਸਮਝਾ ਕੇ ਭੇਜਿਆ ਕਿ ਅਸੀਂ ਜੋ ਵੀ ਸੰਸਾਰ ਦੇ ਵਿੱਚ ਭੇਜਿਆ ਹੈ, ਜਿਸ ਨੂੰ ਵੀ ਅਸੀਂ ਥਾਪਿਆ, ਜਿਸ ਨੂੰ ਅਸੀਂ ਸੋਝੀ ਦਿੱਤੀ, ਕਿ ਉਸ ਨੇ ਆਪਣੇ ਆਪ ਨੂੰ ਹੀ ਜਣਾਉਣਾ ਸ਼ੁਰੂ ਕਰ ਦਿੱਤਾ। ਸਾਡੀ ਕਹੀ ਗੱਲ ਉਹਨਾਂ ਨੂੰ ਵਿਸਰ ਜਾਂਦੀ ਤੇ ਉਹ ਆਪਣੀ ਮੱਤ ਦੁਆਰਾ ਚੱਲਣਾ ਸ਼ੁਰੂ ਕਰ ਦਿੰਦੇ, ਆਪਣਾ ਹੀ ਰਸਤਾ ਚਲਾ ਲੈਂਦੇ। ਬਹੁਤ ਸਾਰਾ ਆਪਾਂ ਰਾਤ ਬਿਆਨ ਕੀਤਾ ਵੀ ਕਿਵੇਂ ਸਤ ਪਰਮੇਸ਼ਰ ਨੇ ਇੱਥੇ ਸੰਸਾਰ 'ਚ ਭੇਜੇ ਜੀਵ, ਕਿਵੇਂ ਦੇਵਤੇ ਥਾਪੇ, ਕਿਵੇਂ ਜੋਗੀ ਭੇਜੇ, ਹੋਰ ਕਿੰਨਿਆਂ ਦਾ ਵਰਣਨ ਆਪਾਂ ਕੀਤਾ ਹੈ। ਸੋ ਫਿਰ ਉਹ ਦੱਸਦੇ ਕਿ ਸਾਨੂੰ ਬੁਲਾਇਆ ਤੇ ਫਿਰ ਸੋ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਕਮ ਕਰਕੇ ਸੰਸਾਰ ਦੇ ਵਿੱਚ ਭੇਜਿਆ। ਆਪਾਂ ਅੱਜ ਉਹ ਵਿਚਾਰ ਕਰਾਂਗੇ ਜਿੱਥੇ ਆਪਾਂ ਵਿਚਾਰ ਕੱਲ੍ਹ ਸਮਾਪਤ ਕੀਤੀ ਸੀ। ਸਭ ਆਪਣੀ ਆਪਣੀ ਔਰ ਜਾਨਾ, ਪਾਰ ਬ੍ਰਹਮ ਕਾਹੂ ਨਾ ਪਛਾਨਾ। ਤਪ ਸਾਧਤ ਹਰ ਮੋਹੇ ਬੁਲਾਇਓ, ਇਮ ਕਹਿ ਕੇ ਇਹ ਲੋਕ ਪਠਾਇਓ। ਵੀ ਸਾਰੇ ਆਪਣੇ ਆਪਣੇ ਵਿੱਚ ਹੀ ਉਲਝ ਕੇ ਰਹਿ ਗਏ, ਆਪਣੀ ਉਸਤਤ ਦੇ ਵਿੱਚ, ਆਪਣੀ ਮੱਤ ਦੇ ਵਿੱਚ, ਤੇ ਪਾਰ ਬ੍ਰਹਮ ਨੂੰ ਪਹਿਚਾਣਿਆ ਨਹੀਂ ਕਿਸੇ ਨੇ। ਫਿਰ ਕਹਿੰਦੇ ਸਾਨੂੰ ਬੁਲਾਇਆ, ਅਸੀਂ ਉਸ ਪ੍ਰਭੂ ਦੀ ਭਗਤੀ ਦੇ ਵਿੱਚ ਜੁੜੇ ਸੀ। ਇਮ ਕਹਿ ਕੇ ਇਹ ਲੋਕ ਪਠਾਇਆ, ਫਿਰ ਇਸ ਤਰ੍ਹਾਂ ਕਹਿ ਕੇ ਸਾਨੂੰ ਇਹ ਲੋਕ ਦੇ ਵਿੱਚ ਭੇਜਿਆ। ਇੱਥੇ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਕੀ ਨੇ ਅੱਗੇ ਅਕਾਲ ਪੁਰਖ ਬਾਚ, ਵੀ ਅਕਾਲ ਪੁਰਖ ਦੇ ਜਿਹੜੇ ਬਚਨ ਨੇ ਉਹ ਅੱਗੇ ਸਾਨੂੰ ਸਮਝਾਉਂਦੇ ਨੇ। ਚੌਥੇ ਪਦ ਦੇ ਚੌਪਈ ਤੇ ਸੰਸਾਰੀ ਨਹੀਂ, ਪਰਮੇਸ਼ਰ ਦੇ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਗਿਆਨ ਦਿੱਤਾ। ਮੈਂ ਆਪਣਾ ਸੁਤ ਤੋਹੇ ਨਿਵਾਜਾ, ਵੀ ਮੈਂ ਤੈਨੂੰ ਆਪਣਾ ਪੁੱਤਰ ਨਿਵਾਜਦਾ ਹਾਂ, ਸੁਤ ਨਿਵਾਜਦਾ ਹਾਂ। ਕਿਸ ਵਾਸਤੇ? ਪੰਥ ਪ੍ਰਚਰ ਕਰਬੇ ਕੋ ਸਾਚਾ, ਮੈਂ ਉਹ ਰਸਤਾ ਪੰਥ ਦਾ ਪ੍ਰਚਾਰ ਕਰਨ ਵਾਸਤੇ ਤੈਨੂੰ ਸਾਜ ਰਿਹਾ ਹਾਂ। ਜਾਹੇ ਤਹਾਂ ਤੈ ਧਰਮ ਚਲਾਏ, ਜਿੱਥੇ ਵੀ ਤੂੰ ਜਾਏ ਸੰਸਾਰ ਦੇ ਵਿੱਚ ਜਾ ਕੇ ਤੂੰ ਧਰਮ ਨੂੰ ਚਲਾਉਣਾ ਹੈ। ਕਬੁੱਧ ਕਰਨ ਤੇ ਲੋਕ ਹਟਾਏ, ਕਿਉਂਕਿ ਲੋਕ ਕੁਬੁੱਧ ਕਰਦੇ ਨੇ। ਕਬੁੱਧ ਕੀ ਹੈ
ਕਿ ਕੋਈ ਕਿਸੇ ਦੀ ਭਗਤੀ ਕਰਦਾ ਹੈ, ਕੋਈ ਕਿਸੇ ਦੀ ਭਗਤੀ ਕਰਦਾ ਹੈ, ਕੋਈ ਸੂਰਜ ਦੇਵ ਨੂੰ ਦੇਵਤਾ ਮੰਨ ਕੇ ਪੂਜ ਰਿਹਾ ਹੈ, ਕੋਈ ਪੌਣ ਨੂੰ ਪੂਜ ਰਿਹਾ ਹੈ, ਕੋਈ ਅਗਨ ਨੂੰ ਪੂਜ ਰਿਹਾ ਹੈ, ਕੋਈ ਇਸ਼ਨਾਨ ਕਰਦਾ ਫਿਰਦਾ ਹੈ ਜਲ ਦੇ ਵਿੱਚ। ਇੱਦਾਂ ਕੋਈ ਕਿਸੇ ਦੀ ਪੂਜਾ ਕਰਦਾ ਹੈ, ਕਿਸੇ ਨੇ ਕੰਨਾਂ 'ਚ ਮੁੰਦਰਾਂ ਪਾਈਆਂ ਨੇ, ਕਿਸੇ ਨੇ ਜਟਾਂ ਰੱਖੀਆਂ ਨੇ, ਕੋਈ ਭੇਖ ਕਰਦਾ ਹੈ। ਇੱਦਾਂ ਵੱਖਰਾ ਵੱਖਰੇ, ਕਿਉਂਕਿ ਹਰ ਇੱਕ ਧਰਮ ਚੱਲ ਰਿਹਾ ਹੈ ਸੰਸਾਰ ਦੇ ਵਿੱਚ, ਆਪਾਂ ਦੇਖ ਰਹੇ ਹਾਂ। ਤੇ ਉਹਨਾਂ ਕਿਹਾ ਵੀ ਇਸ ਕੁਬੁੱਧ ਤੋਂ ਲੋਕਾਂ ਨੂੰ ਹਟਾਉਣਾ ਹੈ, ਤੂੰ ਉਹ ਰਸਤਾ ਦੱਸਣਾ ਹੈ ਜਿੱਥੇ ਮੇਰੇ ਨਾਲ ਮਿਲਾਪ ਹੋਵੇ, ਜਿਸ ਨੂੰ ਆਪਾਂ ਪੜ੍ਹਦੇ ਵੀ ਹਾਂ ਰੋਜ਼ ਅਰਦਾਸ ਦੇ ਵਿੱਚ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਵੀ ਇਹ ਜੋ ਗਿਆਨ ਹੈ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਸਾਰ ਦੇ ਵਿੱਚ, ਇਹ ਆਪ ਨਹੀਂ ਦਿੱਤਾ, ਕਿਉਂਕਿ ਪਰਮੇਸ਼ਰ ਦੀ ਆਗਿਆ ਹੋਈ ਸੀ। ਉਸ ਦੀ ਆਗਿਆ ਦੇ ਵਿੱਚ ਫਿਰ ਇਹ ਗਿਆਨ ਦਿੱਤਾ ਗਿਆ, ਇਹ ਮਾਰਗ ਚਲਾਇਆ ਗਿਆ ਹੈ, ਜਿਸ ਨੂੰ ਆਪਾਂ ਖਾਲਸਾ ਪੰਥ ਕਹਿੰਦੇ ਹਾਂ। ਖਾਲਸਾ ਦਾ ਹੈ ਕਿ ਨਿਰੋਲ ਪਰਮੇਸ਼ਰ ਦਾ ਮਾਰਗ, ਜਿਹੜਾ ਸੱਚਾ ਮਾਰਗ ਹੈ, ਗੋਬਿੰਦ ਮਾਰਗ, ਨਿਰੋਲ ਮਾਰਗ ਹੈ, ਉਸ ਦਾ ਫਿਰ ਗਿਆਨ ਦਿੱਤਾ ਹੈ। ਕਿਵੇਂ ਦਿੱਤਾ ਉਹ? ਫਿਰ ਕਬਿਬਾਚ ਦੇ ਵਿੱਚ ਫਿਰ ਉਹਨਾਂ ਦੇ ਬਚਨ ਨੇ ਗੁਰੂ ਸਾਹਿਬ ਜੀ ਦੇ, ਉਹ ਦੋਹਰੇ ਦੇ ਵਿੱਚ ਨੇ। ਦੇਹਰਾ ਇੱਥੇ ਦੋਹਰਾ ਵੈਸੇ। ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ। ਫਿਰ ਉਹਨਾਂ ਬੇਨਤੀ ਕੀਤੀ। ਕਿਵੇਂ ਬੇਨਤੀ ਕੀਤੀ? ਅੱਗੇ ਖੜ ਕੇ ਪਰਮੇਸ਼ਰ ਦੇ ਸਿਰ ਨਿਵਾ ਕੇ ਬੇਨਤੀ ਕੀਤੀ। ਕਿਹੜੀ ਬੇਨਤੀ ਕੀਤੀ? ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਵੀ ਇਹ ਪੰਥ ਜੋ ਤੁਸੀਂ ਮੈਨੂੰ ਹੁਕਮ ਕਰ ਰਹੇ ਹੋ, ਆਗਿਆ ਦੇ ਰਹੇ ਹੋ, ਹੇ ਸੱਚੇ ਪਾਤਸ਼ਾਹ, ਹੇ ਪਰਮੇਸ਼ਰ, ਇਹ ਪੰਥ ਤਾਂ ਹੀ ਸੰਸਾਰ 'ਚ ਚੱਲ ਸਕਦਾ ਹੈ ਜੇ ਤੁਸੀਂ ਮੇਰੀ ਸਹਾਇਤਾ ਕਰੋਗੇ। ਤੁਹਾਡੀ ਕਿਰਪਾ ਦੇ ਨਾਲ ਹੀ ਇਹ ਪੰਥ ਚੱਲੇਗਾ। ਇਸੇ ਕਰਕੇ ਆਪਾਂ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਇਹ ਖਾਲਸਾ ਵਾਹਿਗੁਰੂ ਦਾ ਹੈ ਤੇ ਫਤਿਹ ਵੀ ਉਸੇ ਦੀ ਹੈ, ਕਿਉਂਕਿ ਉਸ ਦੀ ਕਿਰਪਾ ਤੋਂ ਬਿਨਾਂ ਸੰਸਾਰ ਦੇ ਵਿੱਚ ਜੀਵ ਕੁਛ ਵੀ ਨਹੀਂ ਕਰਦਾ। ਕੁਛ ਵੀ ਹੋਵੇ, ਅਤ ਸੂਰਾ ਜੇ ਕੋ ਕਹਾਵੈ, ਪ੍ਰਭੂ ਕੀ ਕਲਾ ਬਿਨਾ ਕਹਿ ਤਾਵੈ। ਉਸ ਪ੍ਰਭੂ ਦੀ ਸਹਾਇਤਾ ਤੋਂ ਬਿਨਾਂ, ਉਸ ਪ੍ਰਭੂ ਦੀ ਕਿਰਪਾ ਤੋਂ ਬਿਨਾਂ, ਉਸ ਦੀ ਕਲਾ ਤੋਂ ਬਿਨਾਂ ਨਹੀਂ ਕੁਛ ਕਰ ਸਕਦਾ। ਇਸ ਕਰਕੇ ਉਹਨਾਂ ਕਿਹਾ ਵੀ ਜੇ ਤੁਸੀਂ ਸਹਾਇਤਾ ਕਰੋਗੇ ਫਿਰ ਚੱਲ ਸਕਦਾ ਹੈ। ਫਿਰ ਤੁਹਾਡਾ ਜੋ ਹੁਕਮ ਹੈ ਇਹ ਸੰਸਾਰ ਦੇ ਵਿੱਚ ਅਸੀਂ ਕਰ ਸਕਦੇ ਹਾਂ। ਜੋ ਤੁਹਾਡੀ ਆਗਿਆ ਉਸ ਨੂੰ ਤੁਹਾਡੀ ਕਿਰਪਾ ਦੇ ਨਾਲ, ਤੁਹਾਡੀ ਸਹਾਇਤਾ ਦੇ ਨਾਲ ਹੀ ਪੂਰੀ ਹੋ ਸਕਦੀ ਹੈ। ਅੱਗੇ ਫਿਰ ਚੌਪਈ ਹੈ। ਇੱਕ ਚੌਪਈ ਹੁੰਦੀ ਹੈ ਜਿੱਥੇ ਪਰਮੇਸ਼ਰ ਹੁਕਮ ਦੇ ਰਿਹਾ ਹੈ, ਤੇ ਇੱਕ ਹੁੰਦੀ ਹੈ ਬੇਨਤੀ ਚੌਪਈ, ਕਬਿਬਾਚ ਬੇਨਤੀ ਚੌਪਈ, ਜਿੱਥੇ ਫਿਰ ਅਸੀਂ ਪਰਮੇਸ਼ਰ ਤੋਂ ਅੱਗੇ ਬੇਨਤੀ ਕਰਦੇ ਹਾਂ ਉਹਦੇ ਸਨਮੁਖ ਹੋ ਕੇ। ਇੱਥੇ ਚੌਪਈ ਹੈ। ਉਹ ਪਰਮੇਸ਼ਰ ਨੇ ਜੋ ਫਿਰ ਸੰਸਾਰ ਹੁਕਮ ਦੇ ਕੇ ਭੇਜਿਆ। ਇਹ ਕਾਰਨ ਪ੍ਰਭ ਮੋਹੇ ਪਠਾਇਓ, ਤਬ ਮੈਂ ਜਗਤ ਜਨਮ ਧਰ ਆਇਓ। ਵੀ ਫਿਰ ਇਹ ਕਾਰਨ, ਕਿਹੜੇ ਕਾਰਨ? ਵੀ ਤੁਸੀਂ ਜਾ ਕੇ ਧਰਮ ਦਾ ਪ੍ਰਚਾਰ ਕਰਨਾ ਹੈ।
ਕੁਬੁੱਧ ਕਰਨ ਤੇ ਲੋਕਾਂ ਨੂੰ ਹਟਾਉਣਾ ਹੈ, ਮੇਰੇ ਰਸਤੇ ਦਾ ਭੇਦ ਦੇਣਾ ਹੈ। ਤੇ ਫਿਰ ਉਸ ਦੀ ਕਿਰਪਾ ਦੇ ਨਾਲ ਬੇਨਤੀ ਕਰੀ ਕਿ ਮੈਂ ਨਹੀਂ ਕਰ ਸਕਦਾ, ਤਾਂ ਹੀ ਹੋ ਸਕਦਾ ਜੇ ਤੁਸੀਂ ਮੇਰੀ ਸਹਾਇਤਾ ਕਰੋ। ਇਹ ਕਾਰਨ ਪ੍ਰਭ ਮੋਹਿ ਪਠਾਇਓ, ਤਬ ਮੈਂ ਜਗਤ ਜਨਮ ਧਰਾ ਹੈ। ਫਿਰ ਸੰਸਾਰ ਦੇ ਵਿੱਚ ਅਸੀਂ ਆ ਕੇ ਪ੍ਰਗਟ ਹੋਏ, ਜਨਮ ਲਿਆ, ਆਏ ਸੰਸਾਰ ਦੇ ਵਿੱਚ, ਕਿਉਂਕਿ ਜਨਮ ਤਾਂ ਪਹਿਲਾਂ ਹੀ ਸੀ, ਤੇ ਇੱਥੇ ਪ੍ਰਗਟ ਹੋਏ ਸੰਸਾਰ ਦੇ ਵਿੱਚ। ਜਿਮ ਤਿਨ ਕਹੀ ਤਿਨੈ ਤਿਮ ਕਹਿਓ, ਵੀ ਜਿਵੇਂ ਉਸ ਪਰਮੇਸ਼ਰ ਨੇ ਮੈਨੂੰ ਕਹਿਆ ਉਵੇਂ ਹੀ ਮੈਂ ਇੱਥੇ ਕਵਾਂਗਾ। ਔਰ ਕਿਸੂ ਤੇ ਬੈਰ ਨਾ ਗਏ ਹੋ, ਮੈਂ ਇੱਥੇ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਕਰਨਾ, ਕਿਉਂਕਿ ਵੈਰ ਵਿਰੋਧ ਤਾਂ ਪਹਿਲਾਂ ਵੀ ਪੈਦਾ ਹੋਇਆ ਹੈ। ਇਸ ਕਰਕੇ ਅਸੀਂ ਤਾਂ ਉਹੀ ਕਰਨਾ ਹੈ ਜੋ ਸਾਨੂੰ ਹੁਕਮ ਹੋਇਆ ਹੈ, ਜੋ ਪਰਮੇਸ਼ਰ ਦਾ ਹੁਕਮ ਹੈ ਉਹੀ ਕਰਨਾ ਹੈ। ਜੋ ਹਮਕੋ ਪਰਮੇਸ਼ਰ ਉਚਰ ਹੈ, ਤੇ ਸਭ ਨਰਕ ਕੁੰਡ ਮਹਿ ਪਰ ਹੈ। ਸਭ ਤੋਂ ਪਹਿਲਾਂ ਇਹ ਸੰਸਾਰ ਨੂੰ ਆਗਿਆ ਦਿੱਤੀ, ਹੁਕਮ ਦਿੱਤਾ ਜਾਂ ਉਪਦੇਸ਼ ਦਿੱਤਾ, ਜੋ ਪਰਮੇਸ਼ਰ ਦਾ ਉਪਦੇਸ਼ ਸੀ। ਕਿਉਂਕਿ ਪਰਮੇਸ਼ਰ ਨੇ ਸਮਝਾਇਆ ਸੀ ਕਿ ਜਿਸ ਨੂੰ ਵੀ ਮੈਂ ਭੇਜਿਆ ਉਹੀ ਪਰਮੇਸ਼ਰ ਬਣ ਕੇ ਬੈਠ ਗਿਆ, ਉਹੀ ਰੱਬ ਬਣ ਕੇ ਬੈਠ ਗਿਆ। ਤੂੰ ਨਾ ਕਿਤੇ ਇਹ ਕਰੀ, ਤੂੰ ਉਹ ਕਰੀ ਜੋ ਮੇਰਾ ਮਿਲਣ ਦਾ ਰਸਤਾ ਹੈ। ਮੈਂ ਤੈਨੂੰ ਆਪਣਾ ਪੁੱਤਰ ਨਿਵਾਜ ਕੇ ਭੇਜਦਾ ਹਾਂ। ਤੇ ਉਹਨਾਂ ਸਭ ਤੋਂ ਪਹਿਲਾਂ ਫਿਰ ਆ ਕੇ ਇਹ ਉਪਦੇਸ਼ ਕੀਤਾ ਕਿ ਮੈਨੂੰ ਕਿਸੇ ਨੇ ਪਰਮੇਸ਼ਰ ਨਹੀਂ ਉਚਾਰਨਾ, ਮੈਨੂੰ ਪਰਮੇਸ਼ਰ ਨਹੀਂ ਕਹਿਣਾ। ਜੇ ਕੋਈ ਮੈਨੂੰ ਪਰਮੇਸ਼ਰ ਕਹੇਗਾ ਉਹ ਨਰਕ ਕੁੰਡ ਦੇ ਵਿੱਚ ਜਾਏਗਾ, ਕਿਉਂਕਿ ਮੈਂ ਉਸ ਦਾ ਦਾਸ ਹਾਂ। ਮੋਕੋ ਦਾਸ ਤਵਨ ਕਾ ਜਾਨੋ, ਜਾ ਮੈਂ ਭੇਦ ਨ ਰੰਚ ਪਛਾਨੋ। ਮੈਂ ਉਸ ਦਾ ਦਾਸ ਹਾਂ, ਬੇਸ਼ੱਕ ਉਸਨੇ ਮੈਨੂੰ ਆਪਣਾ ਹੀ ਰੂਪ ਬਣਾ ਕੇ ਭੇਜਿਆ ਹੈ, ਲੇਕਿਨ ਮੈਂ ਉਸ ਦਾ ਦਾਸ ਹਾਂ। ਮੈਨੂੰ ਦਾਸ ਸਮਝਣਾ ਹੈ ਤੇ ਪਰਮੇਸ਼ਰ ਨੂੰ ਮਾਲਕ ਸਮਝਣਾ ਹੈ। ਭੇਦ ਨਹੀਂ, ਮੇਰੇ ਤੇ ਉਸਦੇ ਵਿੱਚ ਭੇਦ ਨਹੀਂ। ਤੇ ਜਿਹੜਾ ਮੇਰਾ ਬਚਨ ਹੈ ਇਹ ਵੀ ਸੱਚਾ ਹੈ, ਕਿਉਂਕਿ ਮੈਨੂੰ ਇਹ ਕਹਿ ਕੇ ਭੇਜਿਆ ਹੈ। ਇਸ ਦੇ ਵਿੱਚ ਸ਼ੰਕ ਨਹੀਂ ਕਰਨਾ ਕਿ ਮੈਂ ਉਸ ਦਾ ਦਾਸ ਹਾਂ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ ਉਸ ਪਰਮ ਪੁਰਖ ਪਰਮੇਸ਼ਰ ਦਾ ਦਾਸ ਹਾਂ। ਦੇਖਣ ਆਇਓ ਜਗਤ ਤਮਾਸ਼ਾ, ਮੈਂ ਸੰਸਾਰ ਦੇ ਵਿੱਚ ਤਮਾਸ਼ਾ ਦੇਖਣ ਵਾਸਤੇ ਆਇਆ ਹਾਂ, ਜਗਤ ਦੇ ਵਿੱਚ ਤਮਾਸ਼ਾ ਦੇਖਣ ਵਾਸਤੇ ਆਇਆ ਹਾਂ। ਕਿਉਂਕਿ ਮੈਂ ਕੋਈ ਇੱਥੇ ਮਾਲਕ ਬਣ ਕੇ ਨਹੀਂ ਆਇਆ। ਮੈਨੂੰ ਪਤਾ ਹੈ ਕਿ ਇੱਕ ਸੰਸਾਰ ਜਿਹੜਾ ਹੈ ਇੱਕ ਤਮਾਸ਼ਾ ਹੈ, ਇੱਕ ਸੁਪਨੇ ਦੀ ਨਿਆਈ ਹੈ। ਇਹ ਸੱਚ ਨਹੀਂ ਹੈ, ਇਹ ਝੂਠ ਹੈ। ਅਸੀਂ ਤਾਂ ਇੱਥੇ ਤਮਾਸ਼ਾ ਦੇਖਣ ਵਾਸਤੇ ਆਏ ਤੇ ਭੇਤ ਦੇਣ ਵਾਸਤੇ ਆਏ। ਤਮਾਸ਼ੇ ਦੇ ਵਿੱਚ ਭੇਤ, ਕਿਉਂਕਿ ਤਮਾਸ਼ਾ ਨਾਟਕ ਜੋ ਹੈ, ਜਿਵੇਂ ਆਪਾਂ ਰਾਤੀ ਵਿਚਾਰਦੇ ਸੀ ਕਿ ਇਹ ਬਚਿੱਤਰ ਨਾਟਕ ਹੈ। ਜੇ ਆਪਾਂ ਗੁਰਬਾਣੀ ਨੂੰ ਪੜ੍ਹ ਕੇ ਦੇਖਾਂਗੇ ਵੀ ਜਦੋਂ ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ, ਫਿਰ ਉਹ ਜੰਮਦਾ ਮਰਦਾ ਨਹੀਂ ਹੈ, ਉਹ ਇਸ ਤੋਂ ਰਹਿਤ ਹੁੰਦਾ ਹੈ, ਲੇਕਿਨ ਆਉਂਦਾ ਜਾਂਦਾ ਹੈ। ਉਹ ਮਨ ਫਿਰ ਜਿੱਥੇ ਮਾਲਕ ਡਿਊਟੀ ਲਾਉਂਦਾ ਉਹ ਡਿਊਟੀ ਨਿਭਾਉਂਦਾ ਹੈ। ਡਿਊਟੀ ਨਿਭਾ ਕੇ ਫਿਰ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜ ਜਾਂਦਾ ਹੈ। ਜੋ ਪ੍ਰਭ ਜਗਤ ਕਹਾ ਸੋ ਕਹਿਓ, ਮਿਰਤ ਲੋਕ ਤੇ ਮੋਨ ਨ ਰਹਿਓ। ਵੀ ਜੋ ਪ੍ਰਭੂ ਨੇ ਹੁਕਮ ਦਿੱਤਾ ਉਹੀ ਕਵਾਂਗਾ। ਮੈਂ ਕਿੱਥੇ ਆ ਗਿਆ ਹਾਂ? ਮਿਰਤ ਲੋਕ। ਸੰਸਾਰ ਹੈ ਮਿਰਤ ਲੋਕ ਹੈ, ਮਿਰਤ ਮੰਡਲ ਹੈ। ਕਿਉਂਕਿ ਜੋ ਇੱਥੇ ਪੈਦਾ ਹੋਇਆ ਉਸ ਦਾ ਨਾਸ ਹੋਣਾ ਹੈ। ਜਦੋਂ ਹੀ ਆਪਾਂ ਇਹ ਸੰਸਾਰ ਦੇ ਵਿੱਚ ਆਉਂਦੇ ਹਾਂ,
ਆਪਾਂ ਨੂੰ ਲੱਗਦਾ ਹੈ ਕਿ ਆਪਾਂ ਇੱਥੇ ਬੜੇ ਹੋ ਰਹੇ ਹਾਂ, ਲੇਕਿਨ ਸਾਡਾ ਸਮਾਂ ਮੌਤ ਵੱਲ ਨੇੜੇ ਆਉਂਦਾ ਜਾਂਦਾ ਹੈ। ਇੱਕ ਦਿਨ ਅਸੀਂ ਨਾਸ ਹੋਣਾ ਹੈ। ਸਾਡੀ ਇਸ ਕਾਇਆ ਨੇ ਇਸ ਸੰਸਾਰ ਦੇ ਵਿੱਚ, ਕਿਉਂਕਿ ਸਰੀਰ ਦੇ ਨਾਲ ਜੀਵ ਇੱਥੇ ਸੰਸਾਰ 'ਚ ਆਉਂਦਾ ਹੈ। ਇਸ ਕਰਕੇ ਇਸ ਨੂੰ ਮਿਰਤ ਮੰਡਲ ਕਿਹਾ ਹੈ। ਤੇ ਇੱਥੇ ਆਪਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਕਦੋਂ ਇਸ ਨੇ ਬਿਨਸ ਜਾਣਾ ਹੈ। ਟਿਕਿਆ ਰਹੇ, ਕਿੰਨਾ ਸਮਾਂ ਟਿਕਿਆ ਰਹੇ। ਜਿਵੇਂ ਰੇਤੇ ਦੀ ਕੰਧ ਹੋਵੇ, ਖੜੀ ਰਹੇ, ਬਾਰਿਸ਼ ਆਉਂਦੀ, ਪਾਣੀ ਲੱਗਿਆ ਤੇ ਟਲ ਜਾਏਗੀ। ਜਾਂ ਕਾਗਜ਼ ਹੈ, ਕਿੰਨੀ ਦੇਰ ਪਿਆ ਰਹੇ ਤੇ ਪਾਣੀ ਲੱਗਿਆ ਤੇ ਖਤਮ ਹੋ ਜਾਏਗਾ। ਇੱਦਾਂ ਇਹ ਮਿਰਤ ਮੰਡਲ ਜਿਹੜਾ ਪਰਮੇਸ਼ਰ ਨੇ ਸਾਜਿਆ ਹੈ, ਇੱਦਾਂ ਦਾ ਸਾਜਿਆ ਹੈ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਮਿਰਤ ਮੰਡਲ ਜਗ ਸਾਜਿਆ, ਜੂੰ ਬਾਲੂ ਕਰ ਬਾਰ, ਬਿਨਸਤ ਬਾਰ ਨਾ ਲੱਗਈ, ਜੂੰ ਕਾਗਦ ਬੁੰਦਾਰ। ਵੀ ਇਸ ਨੂੰ ਸਮਾਂ ਨਹੀਂ ਲੱਗਦਾ ਬਿਨਸਦੇ। ਇਸ ਕਰਕੇ ਇਸ ਮਿਰਤ ਲੋਕ ਤੇ ਸਾਨੂੰ ਭੇਜਿਆ। ਅਸੀਂ ਚੁੱਪ ਨਹੀਂ ਰਵਾਂਗੇ। ਜੋ ਉਪਦੇਸ਼ ਹੈ ਪਰਮੇਸ਼ਰ ਦਾ, ਉਸ ਨੂੰ ਇੱਥੇ ਉਹੀ ਕਵਾਂਗੇ ਜੋ ਸਾਨੂੰ ਉਪਦੇਸ਼ ਕੀਤਾ ਹੈ। ਅੱਗੇ ਆਉਂਦਾ ਹੈ ਨਾਰਾਜ਼ ਛੰਦ, ਜੋ ਕਿ ਪਰਮੇਸ਼ਰ ਦਾ ਹੁਕਮ ਹੈ, ਆਪਣਾ ਨਹੀਂ ਹੈ। ਆਪ ਕੁਛ ਵੀ ਨਹੀਂ, ਆਪ ਇੱਥੇ ਕੁਛ ਵੀ ਨਹੀਂ। ਆਪ ਤਾਂ ਤਮਾਸ਼ਾ ਦੇਖਣ ਵਾਸਤੇ ਇਸ ਲੋਕ ਦੇ ਵਿੱਚ ਆਏ ਹਾਂ, ਲੇਕਿਨ ਉਸ ਪਰਮੇਸ਼ਰ ਜਿੱਥੇ ਦਾ ਸੱਚਾ ਰਾਜ ਹੈ, ਜਿੱਥੇ ਸਦਾ ਸੱਚ ਹੈ, ਜਿੱਥੇ ਅਵਿਨਾਸੀ ਹੈ, ਜਿੱਥੇ ਅਮਰ ਹੈ, ਜਿੱਥੇ ਨਾ ਮੌਤ ਦਾ ਡਰ, ਨਾ ਜਨਮ, ਨਾ ਬਚਪਨ, ਨਾ ਜਵਾਨੀ, ਨਾ ਬੜੇਪਾ, ਜਿੱਥੇ ਆਪਾਂ ਸਦਾ ਥਿਰ ਹਾਂ। ਜਿਵੇਂ ਪਰਮੇਸ਼ਰ ਇੱਕ ਰੂਪ ਹੈ, ਨਾ ਬਾਲਾ ਹੈ, ਨਾ ਬੁੱਢਾ ਹੈ। ਤੇ ਇੱਦਾਂ ਜਾ ਕੇ ਉੱਥੇ ਸਾਡਾ ਮਨ ਵੀ ਇੱਕ ਹੋ ਜਾਂਦਾ ਹੈ। ਇਸ ਕਰਕੇ ਇਹ ਸੰਸਾਰ ਦੇ ਵਿੱਚ ਜਿੱਥੇ ਦੀ ਗੱਲ ਹੈ, ਇੱਥੇ ਥਿਰ ਨਹੀਂ ਹੈ ਕੁਛ ਵੀ। ਇਸ ਕਰਕੇ ਉਹ ਸਮਝਾਉਂਦੇ ਨੇ ਉਸ ਪਰਮੇਸ਼ਰ ਦਾ ਜੋ ਹੁਕਮ ਹੈ, ਕਹਿਓ ਪ੍ਰਭੂ ਸੋ ਭਾਕ ਹੂੰ, ਕਿਸੂ ਨਾ ਕਾਨ ਰਾਖੂ ਹੂੰ। ਵੀ ਜੋ ਪਰਮੇਸ਼ਰ ਨੇ ਕਿਹਾ ਹੈ, ਸਾਨੂੰ ਹੁਕਮ ਦਿੱਤਾ, ਉਹੀ ਅਸੀਂ ਇੱਥੇ ਪਾਖਾਂਗੇ, ਆਖਾਂਗੇ, ਡਰਾਂਗੇ ਨਹੀਂ। ਇੱਥੇ ਕਾਨ ਹੈ ਵੀ ਕਿਸੇ ਤੋਂ ਵੀ ਡਰ ਨਹੀਂ ਰੱਖਾਂਗੇ ਮਨ ਵਿੱਚ। ਕਿਸੂ ਨਾ ਕਾਨ ਰਾਖੂ ਹੂੰ, ਕਿਸੇ ਦਾ ਮਨ ਦੇ ਵਿੱਚ ਕੋਈ ਡਰ ਨਹੀਂ ਰੱਖਣਾ, ਕਿਉਂਕਿ ਕਿਸੇ ਇਨਸਾਨ ਦਾ ਹੁਕਮ ਨਹੀਂ ਹੈ, ਪਰਮੇਸ਼ਰ ਦਾ ਹੁਕਮ ਹੈ। ਜੋ ਪ੍ਰਭੂ ਨੇ ਕਿਹਾ ਉਹੀ ਅਸੀਂ ਇੱਥੇ ਕਵਾਂਗੇ। ਕਿਸੂ ਨਾ ਭੇਖ ਪੀਜੂ ਹੂੰ, ਕਿਸੇ ਭੇਖ ਦੇ ਵਿੱਚ ਨਹੀਂ ਪੀਜੂ, ਕਿਉਂਕਿ ਲੋਕਾਂ ਨੇ ਇੱਥੇ ਭੇਖ ਵੀ ਕੀਤੇ, ਜਟਾਂ ਰੱਖੀਆਂ, ਕੰਨਾਂ 'ਚ ਮੁੰਦਰਾਂ ਪਾਈਆਂ, ਬੈਰਾਗੀ ਦਾ ਭੇਖ ਧਰਿਆ, ਕਾਟ ਦੀ ਮਾਲਾ ਗਲ ਦੇ ਵਿੱਚ ਪਾਈ। ਕਿਸੇ ਨੇ ਆਪਾਂ ਪੜ੍ਹ ਕੇ ਆਏ ਹਾਂ ਪਿੱਛੇ, ਵੱਖਰੇ ਵੱਖਰੇ ਭੇਸ, ਪਰ ਅਸੀਂ ਕੋਈ ਭੇਸ ਨਹੀਂ ਕਰਾਂਗੇ। ਕਿਸੂ ਨਾ ਭੇਖ ਬੀਜ ਹੂੰ, ਅਲੇਖ ਬੀਜ ਬੀਜ ਹੂੰ। ਅਸੀਂ ਤਾਂ ਉਹ ਬੀਜ ਬੀਜਾਂਗੇ ਜਿਹੜਾ ਲਿਖਿਆ ਨਹੀਂ ਜਾ ਸਕਦਾ। ਜਿਹੜਾ ਗੁਰ ਹੈ, ਜਿਹੜਾ ਧਿਆਨ ਮਾਰਗ ਹੈ, ਇਹ ਲਿਖਣ ਦੇ ਵਿੱਚ ਨਹੀਂ ਆਉਂਦਾ, ਕਿਉਂਕਿ ਅਲੇਖ ਹੈ। ਇੱਥੇ ਆਪਾਂ ਚੱਲ ਹੀ ਸਕਦੇ ਹਾਂ, ਧਿਆ ਹੀ ਸਕਦੇ ਹਾਂ। ਪਖਾਨ ਪੂਜ ਹੋ ਨਹੀਂ, ਪੱਥਰਾਂ ਨੂੰ ਵੀ ਲੋਕਾਂ ਪਰਮੇਸ਼ਰ ਮੰਨਿਆ ਸੀ, ਕਹਿੰਦੇ ਪੱਥਰਾਂ ਦੀ ਵੀ ਪੂਜਾ ਨਹੀਂ ਹੋਏਗੀ। ਅਸੀਂ ਉਹ ਵੀ ਦੱਸਾਂਗੇ ਕਿ ਪੱਥਰਾਂ ਦੀ ਪੂਜਾ ਨਹੀਂ ਕਰਨੀ। ਨਾ ਭੇਖ ਭੀਜ ਹੋ ਕਹੀਂ, ਨਾ ਕਿਸੇ ਭੇਖ ਦੇ ਵਿੱਚ ਭੇਜਣਾ ਹੈ। ਅਨੰਤ ਨਾਮ ਗਾਏ ਹੈ, ਅਸੀਂ ਉਹ ਨਾਮ ਗਾਵਾਂਗੇ ਜਿਹੜਾ ਅਨੰਤ ਪਰਮੇਸ਼ਰ ਦਾ ਨਾਮ ਹੈ, ਜਿਹੜਾ ਲੇਖ ਹੈ। ਬ੍ਰਹਮ ਪੁਰਖ ਪਾਏ ਹੈ, ਪਾਏ ਹੋਂ, ਅਨੰਤ ਨਾਮ ਗਾਏ ਹੋਂ, ਪਰਮ ਪੁਰਖ ਪਾਏ ਹੋਂ। ਜਿਹਦੇ ਦੁਆਰਾ ਪਰਮ ਪੁਰਖ ਦਾ ਪ੍ਰਲਾਪ ਹੋਏਗਾ, ਉਹ ਨਾਮ ਦਾ ਭੇਦ ਦੇਵਾਂਗੇ, ਕਿਉਂਕਿ ਉਹੀ ਸਾਨੂੰ ਕਹਿਣ ਵਾਸਤੇ, ਉਹੀ ਭੇਦ ਦੇਣ ਵਾਸਤੇ ਪਰਮੇਸ਼ਰ ਨੇ ਭੇਜਿਆ ਹੈ। ਜਟਾ ਨਾ ਸੀਸ ਧਾਰਹੁ, ਸਿਰ ਤੇ ਜਟਾ ਨਹੀਂ ਰੱਖਾਂਗੇ, ਕਿਉਂਕਿ ਜੋਗੀ ਹੋਰ ਜਟਾ ਰੱਖ ਲੈਂਦੇ ਸੀ, ਸਰੀਰ ਵਾਲਾਂ ਨੂੰ ਪਾਉਂਦੇ ਨਹੀਂ ਸੀ, ਜਟਾਂ ਹੋ ਜਾਂਦੀਆਂ ਸੀ।
ਬੇਸ਼ੱਕ ਆਪਾਂ ਕੇਸ ਰੱਖੇ ਹਾਂ, ਪਰ ਕੇਸ ਆਪਾਂ ਕੋਈ ਦਿਖਾਵੇ ਦੇ ਨਹੀਂ, ਕਿਉਂਕਿ ਆਪਾਂ ਇਸ ਕਰਕੇ ਰੱਖਦੇ ਹਾਂ ਕਿਉਂਕਿ ਇਹ ਆਪਾਂ ਨੇ ਬਣਾਏ, ਇਹ ਉਸ ਪਰਮੇਸ਼ਰ ਦੀ ਬਣਾਈ ਹੋਈ ਬਣਤਾ ਹੈ। ਆਪਾਂ ਉਸ ਦੇ ਵਿੱਚ ਕੋਈ ਵਿਗਾੜ ਨਹੀਂ ਪਾਉਂਦੇ, ਆਪਾਂ ਉਸ ਦੇ ਪਾਣੇ ਤੋਂ ਉਲਟ ਨਹੀਂ ਚੱਲਦੇ। ਇਸ ਕਰਕੇ ਆਪਾਂ ਕੇਸ ਰੱਖਦੇ ਹਾਂ, ਪਰ ਦਿਖਾਵੇ ਦੇ ਨਹੀਂ, ਕਿਉਂਕਿ ਉਹ ਜਟਾਂ ਧਰ ਲੈਂਦੇ, ਕੰਨਾਂ 'ਚ ਮੁੰਦਰਾ ਪਾ ਲੈਂਦੇ, ਪੇ ਕਰ ਲੈਂਦੇ। ਨਾ ਸੀਸ ਜਟਾਂ ਨਾ ਸੀਸ ਧਾਰ ਹੋ, ਨਾ ਮੁੰਦਰ ਕਾ ਸੁਧਾਰ ਹੋ। ਨਾ ਅਸੀਂ ਮੁੰਦਰਾਂ ਪਾਵਾਂਗੇ ਕੰਨਾਂ ਦੇ ਵਿੱਚ ਜਿਵੇਂ ਜੋਗੀ ਪਾਉਂਦੇ ਸੀ, ਨਾ ਕਾਨ ਕਾਹੂੰ ਕੀ ਤਰੋਂ, ਨਾ ਕਿਸੇ ਦਾ ਮਨ ਦੇ ਵਿੱਚ ਕੋਈ ਡਰ ਰੱਖਾਂਗੇ। ਕਹਿਓ ਪ੍ਰਭੂ ਸੋ ਮੈਂ ਕਰੂੰ, ਮੈਂ ਉਹ ਕਰੂੰ ਜੋ ਪ੍ਰਭੂ ਨੇ ਮੈਨੂੰ ਆਖਿਆ ਹੈ। ਭਜੋ ਸੋ ਇੱਕ ਨਾਮ, ਇੱਕ ਨਾਮ ਹੀ ਭਜਾਊਂਗਾ। ਜੋ ਕਾਮ ਸਰਬ ਠਾਮੂੰ, ਜੋ ਸਾਰੇ ਪਾਸੇ ਸਾਡੇ ਕੰਮ ਆਉਣ ਵਾਲਾ ਹੈ, ਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ। ਕਿਉਂਕਿ ਬਾਕੀ ਚੀਜ਼ਾਂ ਸੰਸਾਰ ਵਿੱਚ ਤਾਂ ਸਾਡੇ ਲੋਕ ਵਿੱਚ ਤਾਂ ਕੰਮ ਆ ਸਕਦੀਆਂ ਨੇ, ਸਰੀਰ ਦੇ ਉਹ ਵੀ ਮੰਨਦੇ ਨਹੀਂ, ਲੇਕਿਨ ਪਰਲੋਕ ਦੇ ਵਿੱਚ ਨਾ ਸਰੀਰ ਜਾਣਾ ਹੈ ਨਾ ਕੁਛ ਜਾਣਾ ਹੈ। ਇਸ ਕਰਕੇ ਅਸੀਂ ਤਾਂ ਉਸ ਨਾਮ ਨੂੰ ਗਿਆਨ ਦੇਵਾਂਗੇ ਜੋ ਲੋਕ ਵਿੱਚ ਵੀ ਸਾਡਾ ਸਹਾਈ ਹੋਵੇ ਤੇ ਪਰਲੋਕ ਦੇ ਵਿੱਚ ਵੀ ਸਾਡੇ ਨਾਲ ਚੱਲੇ। ਨਾ ਜਾਪ ਆਨ ਕੋ ਜਪੂ, ਹੋਰ ਕਿਸੇ ਦਾ ਅਸੀਂ ਜਾਪ ਨਹੀਂ ਜਪਾਂਗੇ, ਨਾ ਕਿਸੇ ਨੂੰ ਦੇਖਾਂਗੇ, ਨਾ ਕਿਸੇ ਦਾ ਗਿਆਨ ਦੇਵਾਂਗੇ। ਨਾ ਔਰ ਥਾਪ ਨਾ ਥਾਪੂ, ਨਾ ਕਿਸੇ ਦੀ ਕੋਈ ਥਾਪ ਨਾ ਕਰਾਂਗੇ ਹੋਰ, ਕਿਉਂਕਿ ਪਰਮੇਸ਼ਰ ਉਹ ਹੈ ਜਿਹੜਾ ਥਾਪਿਆ ਨਹੀਂ ਜਾਂਦਾ, ਕੀਤਾ ਨਹੀਂ ਹੁੰਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਕਿਉਂਕਿ ਜੇ ਆਪਾਂ ਕੋਈ ਚੀਜ਼ ਥਾਪਦੇ ਹਾਂ, ਸੰਸਾਰੇ ਲੋਕ ਨੇ ਥਾਪੇ ਹੋਏ ਨਾਲ ਜੁੜ ਜਾਂਦੇ। ਜਿਸ ਕਾਰਜ ਵਾਸਤੇ, ਜਿਸ ਵਾਸਤੇ ਉਹ ਥਾਪੀ ਸੀ, ਉਸ ਦੇ ਨਾਲ ਨਹੀਂ ਜੁੜਦੇ। ਜਿਵੇਂ ਕਿੰਨੇ ਅਵਤਾਰ ਆਏ ਸੰਸਾਰ ਦੇ ਵਿੱਚ, ਕਿਸ ਵਾਸਤੇ ਪਰਮੇਸ਼ਰ ਨੇ ਥਾਪੇ ਕਿ ਜਾ ਕੇ ਮੇਰਾ ਭੇਤ ਦੇਵੋ। ਆਪਾਂ ਭੇਤ ਨਹੀਂ ਲਿਆ, ਉਹਨਾਂ ਦੇ ਬਚਨਾਂ ਨੂੰ ਨਹੀਂ ਪੜ੍ਹਿਆ, ਅਸੀਂ ਉਹਨਾਂ ਦੇ ਨਾਲ ਜੁੜ ਗਏ, ਉਹਨਾਂ ਦੇ ਜੀਵਨ ਨਾਲ ਜੁੜ ਗਏ ਤੇ ਉਹਨਾਂ ਨੂੰ ਹੀ ਰੱਬ ਮੰਨ ਕੇ ਬੈਠ ਗਏ। ਲੇਕਿਨ ਆਪਾਂ ਉਹਨਾਂ ਦੇ ਬਚਨਾਂ ਨੂੰ ਮੰਨ ਕੇ ਪਰਮੇਸ਼ਰ ਨੂੰ ਜਾਣਨਾ ਸੀ, ਪਰਮੇਸ਼ਰ ਦੇ ਨਾਲ ਮਿਲਾਪ ਕਰਨਾ ਸੀ। ਇਸ ਕਰਕੇ ਉਹ ਕਹਿੰਦੇ ਵੀ ਅਸੀਂ ਕੁਛ ਨਹੀਂ ਥਾਪਾਂਗੇ ਹੋਰ। ਬੇਅੰਤ ਨਾਮ ਤੇ ਆਏ ਹਾਂ, ਅਸੀਂ ਉਹ ਨਾਮ ਤੇ ਆਵਾਂਗੇ ਜਿਹੜਾ ਬੇਅੰਤ ਹੈ। ਜਿਵੇਂ ਪਰਮੇਸ਼ਰ ਬੇਅੰਤ ਹੈ, ਉਸ ਦਾ ਨਾਮ ਵੀ ਬੇਅੰਤ ਹੈ। ਉਹ ਧਿਆਵਾਂਗੇ, ਜਿਵੇਂ ਆਪ ਧਿਆਉਂਦੇ ਉਵੇਂ ਹੀ ਦੂਜੇ ਜੀਵਾਂ ਨੂੰ ਦੱਸਦਾ ਹੈ ਜੀਵ। ਪਰਮ ਜੋਤ ਪਾਏ ਬੇਅੰਤ ਨਾਮ ਧਿਆਏ ਹੋ, ਪਰਮ ਜੋਤ ਪਾਏ ਹੋ। ਜੋ ਪਰਮ ਜੋਤ ਪਰਮੇਸ਼ਰ ਹੈ, ਜੋ ਸਾਰਿਆਂ 'ਚ ਵਸਦਾ ਹੈ, ਜਿਸ ਦੀ ਜੋਤ ਘਟ ਘਟ ਦੇ ਵਿੱਚ ਹੈ, ਉਸ ਨੂੰ ਧਿਆਵਾਂਗੇ ਤੇ ਉਸੇ ਦਾ ਗਿਆਨ ਦੇਵਾਂਗੇ ਕਿ ਉਸ ਨੂੰ ਕਿਵੇਂ ਪਾਉਣਾ ਹੈ। ਕਿਉਂਕਿ ਆਪਾਂ ਦੇਖਦੇ ਹਾਂ ਕਿ ਅਸੀਂ ਤਨ ਤੱਕ ਸੀਮਤ ਹਾਂ, ਤਨ ਨੂੰ ਧੋ ਲਿਆ, ਤਨ ਨੂੰ ਸਵਾਰ ਲਿਆ ਤੇ ਇਸੇ ਨੂੰ ਸਵਾਰ ਲੈਂਦੇ ਹਾਂ। ਤੇ ਮਹਾਰਾਜ ਸਮਝਾਉਂਦੇ ਨੇ ਕਿ ਜਿਹੜਾ ਭਾਂਡਾ ਹੀ ਕੱਚਾ ਹੈ, ਇਸ ਨੂੰ ਆਪਾਂ ਕਿਆ ਧੋਵਾਂਗੇ। ਕਿਆ? ਕਿਉਂਕਿ ਇਹ ਤਾਂ ਪੰਜ ਧਾਤਾਂ ਦਾ ਰਲਿਆ ਹੋਇਆ ਹੈ, ਕੱਚੀਆਂ ਧਾਤਾਂ ਦਾ ਬਣਿਆ ਹੈ। ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ, ਧਾਤੂ ਪੰਜ ਰਲਾਏ ਕੂੜਾ ਭਜਿਆ। ਭਾਂਡਾ ਆਨ ਗਰਾਸ ਜੇ ਤਿਸ ਭਾਵਸੀ, ਪਰਮ ਜੋਤ ਜਗਾਏ ਬਾਜਾ ਬਾਬਸੀ। ਵੀ ਜਿਹੜਾ ਆਪਾਂ ਤਨ ਨੂੰ, ਇਹ ਤਾਂ ਕੱਚਾ ਭਾਂਡਾ ਹੈ, ਇਹਨੂੰ ਕਿਉਂ ਧੋਵਾਂਗੇ। ਇਹੀ ਭਾਂਡਾ ਸਾਡਾ ਰਾਸ ਆਉਂਦਾ ਹੈ ਜੇ ਅਸੀਂ ਇਸ ਦੇ ਅੰਦਰ ਪਰਮ ਜੋਤ ਜਗਾ ਲੈਂਦੇ ਹਾਂ। ਜੇ ਪਰਮ ਜੋਤ ਜਗਾ ਲਈ, ਮਨ ਪ੍ਰਕਾਸ਼ ਰੂਪ ਹੋ ਗਿਆ, ਸਾਡਾ ਤਨ ਵੀ ਨਿਰਮਲ ਹੈ, ਇਹ ਭਾਂਡਾ ਵੀ ਪ੍ਰਵਾਨ ਹੋ ਜਾਂਦਾ। ਜੇ ਸਿਰਫ ਤਨ ਨੂੰ ਧੋਈ ਗਏ, ਜੋਤ ਨਹੀਂ ਜਗਾਈ, ਅੰਦਰ ਹਨੇਰਾ ਹੈ, ਇਹ ਤਾਂ ਕੱਚਾ ਹੈ, ਤਾਂ ਨਾਸਵਾਨ ਹੈ, ਇਹ ਸ਼ੁੱਧ ਨਹੀਂ ਹੋ ਸਕਦਾ। ਬਾਹਰੋਂ
ਨਿਰਮਲ, ਜੀਉ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਉ ਨਿਰਮਲ। ਇਸ ਕਰਕੇ ਸਮਝਾਉਂਦੇ ਨੇ ਕਿ ਪਰਮ ਜੋਤ ਦਾ ਗਿਆਨ, ਨਾ ਧਿਆਨ ਆਨ ਕੋ ਤਰੋ, ਨਾ ਨਾਮ ਆਨ ਉਚਰੋ। ਵੀ ਨਾ ਤਾਂ ਹੋਰ ਅਸੀਂ ਕਿਸੇ ਦਾ ਧਿਆਨ ਧਰਾਂਗੇ, ਨਾ ਹੋਰ ਕਿਸੇ ਨਾਮ ਦਾ ਉਚਾਰਨ ਕਰਾਂਗੇ। ਸਿਰਫ ਜੋ ਬੇਅੰਤ ਨਾਮ ਹੈ, ਜੋ ਅਲਖ ਹੈ, ਉਸੇ ਦਾ ਉਚਾਰਨ ਕਰਾਂਗੇ। ਤਵਕ ਨਾਮ ਰਤਿਅੰ, ਉਸੇ ਦੇ ਨਾਮ ਦੇ ਵਿੱਚ ਖੁਦ ਰਤਾਂਗੇ। ਨਾ ਆਨ ਮਾਨ ਮਤਿਅੰ, ਨਾ ਹੋਰ ਕਿਸੇ ਨੂੰ ਕੋਈ ਮਤ ਦੇਵਾਂਗੇ, ਹੋਰ ਕਿਸੇ ਦਾ ਮਾਨ ਕਰਾਂਗੇ। ਸਿਰਫ ਉਸ ਨਾਮ ਦੇ ਵਿੱਚ ਰਤੇ ਰਵਾਂਗੇ। ਬ੍ਰਹਮ ਧਿਆਨ ਧਾਰਿਅੰ, ਇੱਕ ਪਰਮੇਸ਼ਰ ਦਾ ਜੋ ਪਰਮ ਪੁਰਖ ਹੈ, ਉਸ ਦਾ ਹੀ ਧਿਆਨ ਧਰਾਂਗੇ। ਅਨੰਤ ਪਾਪ ਟਾਰਿਅੰ, ਕਿਉਂਕਿ ਉਹ ਐਸਾ ਧਿਆਨ ਹੈ ਉਸ ਮਾਲਕ ਦਾ ਜਿਹੜਾ ਬੇਅੰਤ ਪਾਪਾਂ ਦਾ ਨਾਸ਼ ਕਰ ਦਿੰਦਾ ਹੈ, ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਨਾਮ ਹਰ ਕਾ ਨਾਮ ਕੋਟ ਪਾਪਰ ਹਰੇ। ਤੁਮੇਵ ਰੂਪ ਰਾਜਿਅੰ, ਤੇ ਉਸ ਪਰਮੇਸ਼ਰ ਦਾ ਜਿਹੜਾ ਰੂਪ ਹੈ, ਉਸ ਦੇ ਰੂਪ ਦੇ ਵਿੱਚ ਕਿਹੜਾ ਰੂਪ ਹੈ? ਪ੍ਰਕਾਸ਼ ਰੂਪ। ਉਹਦੇ 'ਚ ਮਨ ਨੂੰ ਰੱਤੇ ਰੱਖਾਂਗੇ, ਰਚ ਜਾਵਾਂਗੇ। ਨਾ ਆਨ ਦਾਨ ਮਾਝਿਅੰ, ਕਿਸੇ ਨੂੰ ਵੀ ਹੋਰ ਕੋਈ ਦਾਨ ਨਹੀਂ ਦੇਵਾਂਗੇ, ਹੋਰ ਦਾਨ ਦੇ ਵਿੱਚ ਨਹੀਂ ਮਸਤਾਂਗੇ। ਸਿਰਫ ਉਸ ਪ੍ਰਭੂ ਦੇ ਜਿਹੜਾ ਦਾਨ ਹੈ ਨਾਮ ਦਾ, ਦੂਜੇ ਜੀਵਾਂ ਨੂੰ ਦੇਵਾਂਗੇ ਅਤੇ ਆਪ ਉਸ ਦੇ ਰੂਪ ਦੇ ਵਿੱਚ ਰੱਤ ਕੇ, ਉਹਦੇ 'ਚ ਸਮਾ ਕੇ। ਕਿਉਂਕਿ ਸਮਾਉਣ ਤੋਂ ਬਿਨਾਂ ਆਪਾਂ ਉਸ ਦਾ ਗਿਆਨ ਨਹੀਂ ਦੇ ਸਕਦੇ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਤਵਕ ਨਾਮ ਉਚਾਰਿਅੰਗ ਅਨੰਤ ਦੁੱਖ ਟਾਰਿਅੰ, ਵੀ ਉਹ ਨਾਮ ਪਰਮੇਸ਼ਰ ਦਾ ਉਚਾਰਾਂਗੇ ਜਿਹੜਾ ਸਾਡੇ ਅਨੇਕਾਂ ਦੁੱਖਾਂ ਦਾ ਨਾਸ਼ ਕਰ ਦਿੰਦਾ ਹੈ। ਕਿਹੜੇ ਦੁੱਖ? ਜਿਹੜੇ ਮਨ ਨੂੰ ਲੱਗੇ ਨੇ। ਕਿਉਂਕਿ ਬਚਿੱਤਰ ਨਾਟਕ ਵਿਚਾਰਦੇ ਹਾਂ ਆਪਾਂ। ਬਚਿੱਤਰ ਹੈ ਮਨ, ਚਿੱਤਰ ਹੈ ਸਾਡਾ ਸਰੀਰ। ਇਸ ਕਰਕੇ ਆਪਾਂ ਬਚਿੱਤਰ ਦੀ ਗੱਲ ਕਰ ਰਹੇ ਹਾਂ, ਅਤੇ ਮਨ ਦੀ ਗੱਲ ਚੱਲਦੀ ਹੈ ਜਿਹਦਾ ਕੋਈ ਚਿੱਤਰ ਨਹੀਂ ਹੈ, ਜਿਹੜਾ ਪ੍ਰਕਾਸ਼ ਰੂਪ ਹੋਣਾ ਹੈ ਜਿਸਨੇ। ਅੱਗੇ ਚੌਪਈ ਦੇ ਵਿੱਚ ਜਿਨ ਜਿਨ ਨਾਮ ਤਿਹਾਰੋ ਧਿਆਇਆ, ਦੁਖ ਪਾਪ ਤੇ ਨਿਕਟ ਨ ਆਇਆ। ਵੀ ਜਿਹਨੇ ਜਿਹਨੇ ਫਿਰ ਪਰਮੇਸ਼ਰ ਦਾ, ਉਸ ਪਾਲਕ ਦਾ ਨਾਮ ਧਿਆਇਆ ਹੈ, ਉਹਦੇ ਫਿਰ ਦੁੱਖ ਪਾਪ ਨੇੜੇ ਨਹੀਂ ਆਉਂਦਾ। ਨਾ ਤਾਂ ਜੀ ਪਾਪ ਕਰੇਗਾ। ਪਾਪ ਕਿਹੜਾ ਹੈ? ਸੰਸਾਰ ਨੂੰ ਹੋਰਾਂ ਦੇ ਨਾਲ ਜੋੜਨਾ ਜਾਂ ਆਪਣੇ ਆਪ ਨੂੰ ਰੱਬ ਮੰਨਣਾ, ਤੇ ਨਾ ਵਿਛੋੜਾ ਹੋਏਗਾ। ਕਿਉਂਕਿ ਜਦੋਂ ਜੀਵ ਆਪਣੇ ਆਪ ਨੂੰ ਕੁਝ ਜਾਣ ਲੈਂਦਾ ਹੈ, ਆਪਣੇ ਆਪ ਨੂੰ ਸਮਝ ਲੈਂਦਾ ਹੈ, ਪਰਮੇਸ਼ਰ ਨੂੰ ਨਹੀਂ ਪਾਉਂਦਾ। ਕਿਉਂਕਿ ਹਉਮੈ ਨਹੀਂ ਪਾਉਂਦੀ, ਉਹ ਖੁਦ ਹੀ ਜਨਮ ਮਰਨ ਦੇ ਵਿੱਚ ਪੈ ਜਾਂਦਾ ਹੈ, ਗਰਭ ਜੋਨ ਵਿੱਚ ਫਿਰ ਪੈ ਜਾਂਦਾ ਹੈ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬਲਾ ਗਰਭ ਜੋਨ ਮੈਂ ਫਿਰਤਾ। ਇਹ ਖੁਦ ਹੀ ਆਪਣੇ ਆਪ ਨੂੰ ਜਦੋਂ ਕੁਝ ਸਮਝਦਾ ਹੈ, ਫਿਰ ਇਹ ਪਰਮੇਸ਼ਰ ਤੋਂ ਵਿਛੜ ਜਾਂਦਾ ਹੈ। ਜੇ ਜੇ ਔਰ ਧਿਆਨ ਕੋ ਤਰਹੀ, ਬਹਿਸ ਬਹਿਸ ਬਾਦਨ ਤੇ ਮਰਹੀ। ਵੀ ਜੋ ਜੋ ਹੋਰ ਧਿਆਨ ਨੂੰ ਧਰੇਗਾ, ਉਹ ਇੱਥੇ ਸੰਸਾਰ ਦੇ ਵਿੱਚ ਬੈਰ ਵਿਰੋਧ ਵਿੱਚ ਪੈ ਕੇ ਹੀ ਇਸ ਸੰਸਾਰ ਤੋਂ ਚਲੇ ਜਾਂਦਾ ਹੈ। ਬਾਦਾਂ ਵਿਵਾਦਾਂ ਦੇ ਵਿੱਚ ਪੈ ਕੇ ਹੀ ਸੰਸਾਰ ਨੂੰ ਤਿਆਗ ਜਾਂਦਾ ਹੈ। ਕਿਉਂਕਿ ਨਾਮ ਇੱਕ ਹੈ ਪਰਮੇਸ਼ਰ ਦਾ। ਜਿੱਥੇ ਆਪਾਂ ਸਾਰੇ ਇੱਕ ਪਰਮੇਸ਼ਰ ਦੇ ਬੱਚੇ ਹਾਂ, ਜਿੱਥੇ ਕੋਈ ਨਫ਼ਰਤ ਨਹੀਂ, ਕੋਈ ਬੈਰ ਵਿਰੋਧ ਨਹੀਂ ਹੈ, ਕਿਉਂਕਿ ਸਾਰੇ ਇੱਕ ਪਰਮੇਸ਼ਰ ਤੋਂ ਹੈ। ਪਰ ਜਿਹੜੇ ਹੋਰ ਧਿਆਨ ਧਰਦੇ ਨੇ ਪਰਮੇਸ਼ਰ, ਉਸ ਦੇ ਨਾਮ ਨੂੰ ਛੱਡ ਕੇ, ਉੱਥੇ ਫਿਰ ਬੈਰ ਵਿਰੋਧ ਪੈਦਾ ਹੁੰਦਾ ਹੈ। ਅਤੇ ਉੱਥੇ ਕਹਿੰਦਾ ਹੈ ਵੀ ਮੇਰਾ ਰੱਬ ਵੱਡਾ ਹੈ, ਸਾਡਾ ਰੱਬ ਵੱਡਾ ਹੈ, ਸਾਡਾ ਅਵਤਾਰ ਵੱਡਾ ਹੈ। ਪਰ ਜੇ ਆਪਾਂ ਬਾਣੀ ਪੜ੍ਹਾਂਗੇ, ਜੇ ਉਸ ਪ੍ਰਭੂ ਦਾ ਧਿਆਨ ਧਰਾਂਗੇ, ਫਿਰ ਸਾਡੇ ਹਿਰਦੇ ਦੇ ਵਿੱਚ ਸਾਰੇ ਧਰਮ
ਆ ਜਾਂਦੇ ਨੇ। ਫਿਰ ਸਾਡੇ ਵਾਸਤੇ ਕੋਈ ਬੇਗਾਨਾ ਨਹੀਂ ਹੈ। ਸੰਤ ਜਨਾਂ ਕਾ ਪੇਖਣ ਸਭ ਬ੍ਰਹਮ, ਸੰਤ ਜਨਾਂ ਕਾ ਹਿਰਦੈ ਸਭ ਧਰਮ। ਹਮ ਇਹ ਜਗ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਇਸ ਕਾਜ ਵਾਸਤੇ ਅਸੀਂ ਕਹਿੰਦੇ ਸੰਸਾਰ 'ਚ ਆਏ ਹਾਂ, ਧਰਮ ਦੇ ਵਾਸਤੇ। ਧਰਮ ਦਾ ਗਿਆਨ ਜਿਹੜਾ ਸੱਚਾ ਧਰਮ ਹੈ, ਸਰਬ ਸ੍ਰੇਸ਼ਟ ਜਿਹੜਾ ਧਰਮ ਹੈ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਸ ਕਾਜ ਵਾਸਤੇ ਅਸੀਂ ਸੰਸਾਰ ਦੇ ਵਿੱਚ ਮਾਲਕ ਨੇ ਸਾਨੂੰ ਗੁਰਦੇਵ ਪਠਾ ਕੇ ਭੇਜਿਆ ਹੈ ਕਿ ਆ ਖਜ਼ਾਨਾ ਮਾਲਕ ਨੇ ਦਿੱਤਾ ਹੈ ਕਿ ਤੁਸੀਂ ਆ ਗਿਆਨ ਦੇਣਾ ਹੈ, ਆ ਰਸਤਾ ਪੰਥ ਚਲਾਉਣਾ ਹੈ। ਜਹਾਂ ਤਹਾਂ ਤੁਮ ਧਰਮ ਬਿਥਾਰੋ, ਜਿੱਥੇ ਵੀ ਜਾਓ ਧਰਮ ਦਾ ਗਿਆਨ ਦਿਓ, ਧਰਮ ਦਾ ਪ੍ਰਚਾਰ ਕਰੋ। ਦੁਸ਼ਟ ਦੋਖੀਆਂ ਪਕੜ ਪਛਾਰੋ, ਜਿਹੜੇ ਦੁਸ਼ਟ ਨੇ, ਜਿਹੜੇ ਦੋਖੀਆਂ ਨੇ, ਕਿਆ ਕੋਈ ਬਾਹਰੀ ਦੁਸ਼ਟ ਦੋਖੀਆਂ ਨਹੀਂ, ਜੋ ਸਾਡੇ ਅੰਦਰ ਹੀ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਨ੍ਹਾਂ ਨੇ ਸਾਨੂੰ ਪਰਮੇਸ਼ਰ ਤੋਂ ਵਿਛੋੜ ਕੇ ਇਹ ਭਰਮ 'ਚ ਪਾਇਆ ਹੈ। ਜਿਹੜੇ ਪੰਜ ਦੂਤ ਨੇ, ਮਹਾਰਾਜ ਸਮਝਾਉਂਦੇ ਨੇ, ਪੰਜ ਦੂਤ ਮਿਲ ਪਿਰੋਂ ਵਿਛੋੜੀ। ਜਿਹੜਾ ਪੰਜਾਂ ਨੇ ਸਾਨੂੰ ਵਿਛੋੜਿਆ ਹੈ, ਮਨ ਨੂੰ ਉਹਨਾਂ ਤੋਂ ਆਜ਼ਾਦ ਕਰਵਾਉਣਾ ਹੈ, ਨਾਮ ਦੇ ਕੇ, ਗਿਆਨ ਦੇ ਕੇ। ਉਹਨਾਂ ਨੂੰ ਪਛਾਰਨਾ ਹੈ, ਸੰਤਾਂ ਨੂੰ। ਮਨ ਨੇ ਸੰਤ ਬਣਨਾ ਹੈ, ਮਨ ਨੂੰ ਉਭਾਰਨਾ ਹੈ। ਜਾਹੇ ਕਾਜ ਤਰਾ ਹਮ ਜਨਮੰਗ, ਸਮਝ ਲਿਓ ਸਾਧੂ ਸਭ ਮਨਮ। ਇਸ ਕਾਜ ਵਾਸਤੇ ਅਸੀਂ ਸੰਸਾਰ 'ਚ ਆਏ ਹਾਂ, ਤੇ ਇਸ ਨੂੰ ਸਮਝ ਲਿਓ ਮਨ ਦੇ ਵਿੱਚ, ਕਿਉਂਕਿ ਮਨ ਦਾ ਕਾਰਜ ਹੈ, ਤਨ ਦਾ ਨਹੀਂ ਹੈ, ਮਨ ਦਾ। ਧਰਮ ਚਲਾਵਨ ਸੰਤ ਉਬਾਰਨ, ਧਰਮ ਚਲਾਉਣ ਵਾਸਤੇ, ਸੰਤਾਂ ਨੂੰ ਉਬਾਰਨ ਦੇ ਵਾਸਤੇ। ਦੁਸ਼ਟ ਸਵਨ ਕੋ ਮੂਲ ਉਪਾਰਨ, ਜਿਹੜੇ ਦੁਸ਼ਟ ਨੇ ਉਹਨਾਂ ਨੂੰ ਮਾਰ ਕੇ ਤੇ ਸੰਤਾਂ ਨੂੰ ਗਿਆਨ ਦੇ ਕੇ, ਧਰਮ ਚਲਾਉਣ ਵਾਸਤੇ, ਮੂਲ ਦਾ ਗਿਆਨ ਦੇਣ ਵਾਸਤੇ ਅਸੀਂ ਇੱਥੇ ਆਏ ਹਾਂ। ਜੇ ਜੇ ਪਹਿਲ ਪਏ ਅਵਤਾਰਾ, ਜੋ ਜੋ ਪਹਿਲਾ ਅਵਤਾਰ ਆਏ ਸੰਸਾਰ ਦੇ ਵਿੱਚ, ਆਪ ਆਪ ਤਿੰਨ ਜਾਪ ਉਚਾਰਾ, ਆਪਣਾ ਆਪਣਾ ਜਾਪ ਉਚਾਰਿਆ। ਪ੍ਰਭ ਦੋਖੀ ਕੋਈ ਨਾ ਬੇਦਾਰਾ, ਪਰ ਦੋਖੀ ਨੂੰ ਨਹੀਂ ਬੇਦਾਰਿਆ। ਪ੍ਰਭੂ ਦੇ ਦੋਖੀ ਸੀ ਜਿਹੜੇ, ਉਹਨਾਂ ਨੂੰ ਨਹੀਂ ਬੇਦਾਰਿਆ, ਇੰਨਾ ਗਿਆਨ ਨਹੀਂ ਦਿੱਤਾ। ਧਰਮ ਕਰਨ ਕੋ ਰਾਹ ਨਾ ਡਾਰਾ, ਕਿਸੇ ਨੂੰ ਵੀ ਧਰਮ ਦੇ ਰਸਤੇ ਤੇ ਨਹੀਂ ਚਲਾਇਆ, ਉਹ ਰਸਤਾ ਨਹੀਂ ਗਿਆਨ ਦਿੱਤਾ। ਜੇ ਜੇ ਗਉ ਉਸ, ਜੇ ਜੇ ਗਉ ਸੰਗ ਪੀਆ ਪਏ, ਮੈਂ ਕਰਤ ਜਗਤ ਤੇ ਗਏ। ਜੋ ਵੀ ਇੱਥੇ ਆਇਆ ਉਹਨਾਂ ਨੇ ਸੰਗ ਦੂਜੇ ਦਾ ਕਰ ਲਿਆ, ਪਰਮੇਸ਼ਰ ਦਾ ਨਹੀਂ ਕੀਤਾ। ਮਾਇਆ, ਦੂਜਾ ਕੌਣ ਹੈ? ਸੰਸਾਰ ਦੀਆਂ ਵਡਿਆਈਆਂ, ਸੰਸਾਰ ਦਾ ਮਾਇਆ, ਉਹਨਾਂ ਦਾ ਸੰਗ ਕੀਤਾ ਤੇ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਜਨਾਉਂਦੇ ਹੀ, ਮੈਂ ਕਰਦੇ ਹੀ ਸੰਸਾਰ ਤੋਂ ਚਲੇ ਗਏ। ਪਰ ਆਪਾ ਗਵਾ ਕੇ ਪਰਮੇਸ਼ਰ ਨੂੰ ਜਾਣਨਾ ਸੀ, ਆਪਾ ਮਿਟਾ ਕੇ ਪਰਮੇਸ਼ਰ ਨੂੰ ਮਿਲਣਾ ਸੀ, ਦੋ ਤੇ ਇੱਕ ਰੂਪ ਹੋਣਾ ਸੀ, ਉਹ ਨਹੀਂ ਹੋਏ। ਉਸ ਪਰਮੇਸ਼ਰ ਨੂੰ ਨਹੀਂ ਪਹਿਚਾਣਿਆ, ਕਿਉਂਕਿ ਦੂਜੇ ਨਾਲ ਜੁੜ ਗਏ। ਬੀਆ ਹੁੰਦਾ ਹੈ ਦੂਜਾ, ਪਰਮੇਸ਼ਰ ਤੋਂ ਛੱਡ ਕੇ ਜੋ ਦੂਜੀ ਹੈ ਕੁਦਰਤ, ਜਿਹਦੇ ਵਿੱਚ ਮਾਇਆ ਹੈ, ਵਡਿਆਈ ਹੈ, ਸਰੀਰ ਹੈ, ਸੰਸਾਰਕ ਵਡਿਆਈਆਂ ਨੇ, ਲੋਕ ਨੇ, ਤੇ ਮੈਂ ਕਰਦੇ ਸੰਸਾਰ 'ਚੋਂ ਚਲੇ ਗਏ। ਮਹਾਂਪੁਰਖ ਕਾਹੂ ਨਾ ਪਛਾਨਾ, ਮਹਾਂਪੁਰਖ ਜੋ ਪਰਮੇਸ਼ਰ ਹੈ ਉਸਨੂੰ ਕਿਸੇ ਨੇ ਨਹੀਂ ਪਹਿਚਾਨਿਆ। ਕਰਮ ਧਰਮ ਕੋ ਕਛੂ ਨਾ ਜਾਨਾ, ਨਾ ਧਰਮ ਦਾ ਜਿਹੜਾ ਕਰਮ ਸੀ ਉਸਨੂੰ ਜਾਣਿਆ ਹੈ ਕਿ ਅਸਲੀ ਧਰਮ ਕਿਹੜਾ ਹੈ। ਆਵਰਨ ਕੀ ਆਸਾ ਕਿਛ ਨਾਹੀ, ਹੁਣ ਕਹਿੰਦੇ ਹੋਰ ਤੁਸੀਂ ਕਿਸੇ ਦੀ ਆਸ਼ਾ ਨਾ ਰੱਖੋ, ਹੋਰ ਇੱਕ ਹੈ ਆਸ ਧਰੋ ਮਨ ਮਾਹੀ। ਇਸ ਕਰਕੇ ਇੱਕ ਹੀ ਆਸ ਰੱਖੋ ਪਰਮੇਸ਼ਰ ਦੀ, ਮਨ ਦੇ ਵਿੱਚ ਕਿਸੇ ਹੋਰ ਦੀ ਆਸ ਨਾ ਰੱਖੋ।
ਆਨ ਆਸ ਉਪਜਤ ਕਿਛ ਨਾਹੀਂ, ਕਿਉਂਕਿ ਹੋਰ ਦੀ ਆਸ ਰੱਖਾਂਗੇ ਕੁਛ ਪ੍ਰਾਪਤ ਨਹੀਂ ਹੋਏਗਾ, ਕੁਛ ਉਪਜੇਗਾ ਨਹੀਂ, ਕੁਛ ਪ੍ਰਗਟ ਨਹੀਂ ਹੋਏਗਾ। ਵਾਹ ਕੀ ਆਸ ਧਰੋ ਮਨ ਮਾਹੀ, ਸਿਰਫ ਇੱਕ ਪਰਮੇਸ਼ਰ ਦੀ ਆਸ ਹੀ ਧਰੋ ਮਨ ਦੇ ਵਿੱਚ, ਹੋਰ ਆਸਾਂ ਨੂੰ ਛੱਡ ਦੇਵੋ। ਤੇ ਕੀ ਕਰਦੇ ਨੇ ਸੰਸਾਰ ਦੇ ਵਿੱਚ ਜੀਵ, ਅੱਗੇ ਦੋਹਰੇ ਦੇ ਵਿੱਚ ਸਮਝਾਉਂਦੇ ਨੇ। ਉਸ ਸਮੇਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਸਾਰ 'ਚ ਆਏ, ਜਦ ਕਿ 10ਵੀਂ ਜੋਤ ਦੇ ਵਿੱਚ ਆਏ, ਜਿਵੇਂ ਜਿਵੇਂ ਸਮਾਂ ਹੁਕਮ ਹੁੰਦਾ ਗਿਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਉਹ ਜਿਹਾ ਕਰਦੇ ਗਏ। ਜੋ ਜੋ ਹੁਕਮ ਸੀ, ਜਿਵੇਂ ਜਿਵੇਂ ਹੁਕਮ ਸੀ, ਉਵੇਂ ਉਵੇਂ ਕਰਦੇ ਗਏ। 10ਵੀਂ ਜੋਤ ਦੇ ਵਿੱਚ ਕਿ ਇੱਥੇ ਨਹੀਂ ਆ ਜਾਂਦਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ 9 ਪਾਤਸ਼ਾਹੀਆਂ ਵੀ ਹੋਈਆਂ, ਕਿ ਉਹਨਾਂ ਨੇ ਵੀ ਕੁਛ ਗਿਆਨ ਨਹੀਂ ਦਿੱਤਾ। ਉਹ ਆਪਾਂ ਜਿੱਥੋਂ ਆਪਾਂ ਸ਼ੁਰੂ ਕੀਤਾ ਉਸ ਦੇ ਪਿੱਛੇ ਪਹਿਲਾਂ ਇਹ ਗੁਰੂ ਗੋਬਿੰਦ ਸਿੰਘ ਜੀ 9 ਪਾਤਸ਼ਾਹੀਆਂ ਦੇ ਬਾਰੇ ਵੀ ਸਮਝਾ ਕੇ ਆਏ ਕਿ ਉਹਨਾਂ ਨੇ ਵੀ ਆ ਕੇ ਗਿਆਨ ਦਿੱਤਾ ਹੈ। ਉਹਨਾਂ ਨੇ ਵੀ ਸੰਸਾਰ ਦੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਦਾ ਜਦੋਂ ਸਮਾਂ ਆਇਆ ਸੰਸਾਰ 'ਚ ਆਉਣ ਦਾ, ਉਹਨਾਂ ਨੇ ਵੀ ਇਹ ਗਿਆਨ ਦਿੱਤਾ। ਜਿਹੜੇ ਜਿਹੜੇ ਉਹਨਾਂ ਦੇ ਦੱਸੇ ਮਾਰਗ 'ਤੇ ਚੱਲੇ, ਉਹਨਾਂ ਨੂੰ ਵੀ ਸੁਖ ਪ੍ਰਾਪਤ ਹੋਇਆ। ਕਿਵੇਂ ਗੁਰੂ ਨਾਨਕ ਤੋਂ ਗੁਰੂ ਅੰਗਦ, ਗੁਰੂ ਅਮਰਦਾਸ, ਰਾਮਦਾਸ, ਉਹ ਸਾਰਾ ਹੀ ਪਿੱਛੇ ਜਿੱਥੋਂ ਆਪਾਂ ਸ਼ੁਰੂ ਕੀਤੀ ਆਪਣੀ ਕਥਾ ਵਿਖਾਨੋ, ਉਸ ਤੋਂ ਪਹਿਲਾਂ 9 ਪਾਤਸ਼ਾਹੀਆਂ ਦਾ ਜ਼ਿਕਰ ਕੀਤਾ ਹੈ। ਕਿਉਂਕਿ ਇਹ 10 ਜੋਤਾਂ ਇੱਕ ਹੀ ਸਨ। ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਰੀਰ ਨਵੇਂ ਸੀ, ਲੇਕਿਨ ਜੋਤ ਇੱਕ ਸੀ। ਇਹ ਜੋ ਕਰਦੇ ਉਸ ਤੋਂ ਪਹਿਲਾਂ ਜੋ ਹੋ ਰਿਹਾ ਸੀ, ਉਸ ਦੀ ਗੱਲ ਕੀਤੀ ਜਾ ਰਹੀ ਹੈ। ਕੋਈ ਪੜਤ ਕੁਰਾਨ ਕੋ, ਕੋਈ ਪੜਤ ਪੁਰਾਨ। ਕੋਈ ਕੁਰਾਨ ਨੂੰ ਪੜ੍ਹਦਾ ਹੈ, ਕੋਈ ਪੁਰਾਨ ਨੂੰ ਪੜ੍ਹਦਾ ਹੈ, ਕਿਉਂਕਿ ਪੁਰਾਨ ਬਹੁਤ ਸਾਰੇ ਗ੍ਰੰਥ ਨੇ ਪੁਰਾਨ ਦੇ। ਜਿਵੇਂ ਗਰੁੜ ਪੁਰਾਣ ਹੈ, ਸ਼ਿਵ ਪੁਰਾਣ ਹੈ, ਇੱਦਾਂ ਬਹੁਤ ਸਾਰੇ ਗ੍ਰੰਥ ਨੇ ਪੁਰਾਨ ਦੇ। ਕੋਈ ਪੁਰਾਨ ਨੂੰ ਪੜ੍ਹਦਾ ਹੈ। ਕਾਲ ਨਾ ਸਖਤ ਬਚਾਏ ਕੈ, ਫੋਕਟ ਧਰਮ ਨਿਦਾਨ। ਪਰ ਸਾਨੂੰ ਇਹ ਬਚਾ ਨਹੀਂ ਸਕਦੇ, ਕਿਉਂਕਿ ਕਾਲ ਦੇ ਦਾਇਰੇ ਦੇ ਗ੍ਰੰਥ ਨੇ ਸਾਰੇ ਹੀ। ਅੱਖਰ ਕਾਲ ਦੇ ਦਾਇਰੇ ਦੇ ਵਿੱਚ ਨੇ, ਤ੍ਰਿਲੋਕੀ ਦੇ ਨੇ। ਜਦ ਤੱਕ ਇਹਨਾਂ ਦੇ ਵਿੱਚ ਲਿਖੇ ਨੂੰ ਆਪਾਂ ਕਮਾਉਂਦੇ ਨਹੀਂ, ਚੌਥੇ ਪਦ ਵਿੱਚ ਵਿਚਾਰ ਕੇ ਮਨ ਦਾ ਗਿਆਨ ਨਹੀਂ ਲੈਂਦੇ, ਪਰਮੇਸ਼ਰ ਨੂੰ ਜਾਣ ਨਹੀਂ ਲੈਂਦੇ, ਤੇ ਅਸੀਂ ਇੱਕ ਫੋਕਟ ਹੀ ਕਰਦੇ ਹਾਂ। ਇਹ ਨਿਦਾਨ ਹੈ, ਅਣਜਾਣ ਹੈ। ਇਹ ਸਾਡੀ ਰੱਖਿਆ ਨਹੀਂ ਕਰ ਸਕਦੇ ਮਨ ਦੀ, ਕਿਉਂਕਿ ਕਾਲ ਦੇ ਨੇ। ਅੱਗੇ ਚੌਪੀ ਸਮਝਾਉਂਦੇ ਨੇ, ਕਈ ਕੋਟ ਮਿਲ ਪੜਤ ਕੁਰਾਨਾ। ਇੱਕ ਨਹੀਂ ਸੀ, ਕਈ ਕਰੋੜਾਂ ਲੋਕ ਮਿਲ ਕੇ ਕੁਰਾਨਾ ਪੜ੍ਹਦੇ ਸੀ। ਬਾਚਤ ਕਿਤੇ ਪੁਰਾਣ ਅਜਾਨਾ, ਤੇ ਕਿਤੇ ਪੁਰਾਣ ਦੀ ਬਾਚਦੇ ਸੀ, ਪੁਰਾਣ ਦੀ ਵਿਚਾਰ ਕਰਦੇ ਸੀ। ਪਰ ਕਰਦੇ ਕੌਣ ਸੀ? ਜਿਹੜੇ ਉਸ ਤੋਂ ਅਣਜਾਣ ਸੀ, ਚੌਥੇ ਪਦ ਤੋਂ ਅਣਜਾਣ ਸੀ। ਕਿਉਂਕਿ ਕੋਈ ਵੀ ਗ੍ਰੰਥ ਜਿਹੜਾ ਹੈ, ਚਾਹੇ ਵੇਦ ਹੈ, ਕਿਤਾਬ ਹੈ, ਚਾਹੇ ਪੁਰਾਣ ਹੈ, ਕੁਰਾਨ, ਝੂਠੀ ਨਹੀਂ ਹੈ, ਸੱਚੋ ਸੱਚ ਲਿਖਿਆ ਹੈ। ਲੇਕਿਨ ਉਸ ਨੂੰ ਪੜ੍ਹਨ ਵਾਲਾ ਜੇ ਅਣਜਾਣ ਹੋਵੇ ਤੇ ਫਿਰ ਉਸ ਨੂੰ ਸਮਝ ਨਹੀਂ ਸਕਦਾ। ਇਸ ਕਰਕੇ ਉਹ ਬਾਚਦੇ ਤਾਂ ਹੈਗੇ ਸੀ, ਪਰ ਅਣਜਾਣ ਸੀ ਲੋਕ। ਅੰਤ ਕਾਲ ਕੋਈ ਕਾਮ ਨਾ ਆਵਾ, ਅਣਜਾਣਾਂ ਦੀ ਪੜੀ ਹੋਈ ਕਿਸੇ ਕੰਮ ਨਹੀਂ ਆਏਗੀ ਅੰਤ ਸਮੇਂ। ਦਾਵ ਕਾਲ ਕਾਹੂ ਨਾ ਬਚਾਵਾ, ਕਾਲ ਤੋਂ ਸਾਨੂੰ ਕਿਸੇ ਨੇ ਨਹੀਂ ਬਚਾਉਣਾ। ਜਦ ਸਾਨੂੰ ਮੌਤ ਆਉਣੀ ਹੈ, ਇਸ ਕਾਲ ਦੇ ਦੇਸ਼ ਨੂੰ ਛੱਡ ਕੇ ਅੱਗੇ ਜਾਣਾ ਹੈ, ਉੱਥੇ ਇਸ ਨੇ ਸਾਨੂੰ ਨਹੀਂ ਬਚਾਉਣਾ। ਜਿੱਥੇ ਜਾ ਕੇ ਤੰਤਰ ਮੰਤਰ ਸ਼ਾਰ ਹੋ ਜਾਣੇ ਨੇ, ਉੱਥੇ ਤਿਆਰ ਰਹਿ ਜਾਣਾ ਹੈ। ਜੇ ਆਪਾਂ ਰਸਤੇ 'ਤੇ ਚੱਲਦੇ ਹਾਂ, ਗੋਬਿੰਦ ਮਾਰਗ 'ਤੇ ਚੱਲਦੇ ਹਾਂ, ਸਿੱਧਾ ਆਪਣੇ ਘਰ ਚਲੇ ਜਾਵਾਂਗੇ। ਜੇ ਸਾਨੂੰ ਆਪਣੇ ਘਰ ਦਾ ਰਸਤਾ ਹੀ ਨਹੀਂ ਪਤਾ, ਤੇ ਜੰਮ ਪਲਕ ਧਰਮਰਾਜ ਦੇ ਲੈ ਜਾਣਗੇ। ਕਿਉਂ ਨਾ ਜਪੋ ਤਾਕੋ ਤੁਮ ਭਾਈ, ਅੰਤ ਕਾਲ ਜੋ ਹੋਏ ਸਹਾਈ। ਫਿਰ ਕਹਿੰਦੇ ਕਿਉਂ ਤੁਸੀਂ ਉਸ ਨੂੰ ਨਹੀਂ ਜਪਦੇ, ਜਿਹੜਾ ਅੰਤ ਸਮੇਂ ਸਾਡੀ ਸਹਾਇਤਾ ਕਰੇ। ਫੋਕਟ ਧਰਮ ਲਖੋ ਕਰ ਪਰਮਾ, ਵੀ ਜਿਹੜੇ ਫੋਕਟ ਧਰਮ ਨੇ, ਇਹ ਜੋ ਭਰਮ ਦੇ ਵਿੱਚ ਪਏ ਹਾਂ, ਇਸ ਨੂੰ ਛੱਡੋ।
ਜੋ ਤੁਸੀਂ ਕਰ ਰਹੇ ਹੋ। ਇਨ ਤੇ ਸਰਤ ਨਾ ਕੋਈ ਕਰਮਾ, ਇਹ ਤੁਹਾਡਾ ਕੋਈ ਵੀ ਕਰਮ ਨਹੀਂ ਸਾਰ ਸਕਦੇ, ਤੁਹਾਡੀ ਅੱਗੇ ਸਹਾਇਤਾ ਨਹੀਂ ਕਰ ਸਕਦੇ, ਪਰਲੋਕ ਦੇ ਵਿੱਚ ਇਹ ਤੁਹਾਡਾ ਕੁਛ ਵੀ ਨਹੀਂ ਸਵਾਰ ਸਕਦੇ। ਇਹ ਕਾਰਨ ਪ੍ਰਭ ਹਮੇ ਬਣਾਇਓ, ਇਸ ਕਾਰਨ ਕਰਕੇ ਇਸ ਪ੍ਰਭੂ ਨੇ ਸਾਨੂੰ ਭੇਜਿਆ ਹੈ ਵੀ ਉਹ ਗਿਆਨ ਦੇ ਜਿਹੜਾ ਲੋਕ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਕੰਮ ਆਵੇ। ਕਿਉਂਕਿ ਇਹ ਜਿਹੜਾ ਸਾਰਾ ਹੋ ਰਿਹਾ ਹੈ ਇਹ ਸਾਡੇ ਕੰਮ ਨਹੀਂ ਆਉਣਾ, ਇਹ ਫੋਕਟ ਹੈ। ਭੇਦ ਭਾਖ ਇਹ ਲੋਕ ਪਠਾਇਓ, ਵੀ ਆਪ ਭੇਦ ਦੇਵੋ ਤੁਸੀਂ ਜਾ ਕੇ ਲੋਕਾਂ ਨੂੰ, ਇਸ ਕਰਕੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ ਹੈ। ਜੋ ਤਿਨ ਕਹਾ ਸੋ ਸਭਨ ਉਚਰੋ, ਜੋ ਪਰਮੇਸ਼ਰ ਨੇ ਕਿਹਾ ਹੈ ਉਹ ਸਾਰਿਆਂ ਨੂੰ, ਇਹ ਨਹੀਂ ਵੀ ਕਿਸੇ ਖਾਸ ਨੂੰ, ਸਭ ਸੰਸਾਰ ਨੂੰ ਇਹ ਗਿਆਨ ਦੇਵਾਂਗੇ। ਚਾਹੇ ਕੋਈ ਉਸ ਸਮੇਂ ਪੁਰਾਣ ਪੜ੍ਹਦਾ ਸੀ, ਕਿਉਂਕਿ ਸਿੱਖ ਧਰਮ ਤਾਂ ਬਹੁਤ ਥੋੜ੍ਹੇ ਲੋਕ ਸੀ ਜੋ ਸਿੱਖ ਮਤ ਦੇ ਉੱਤੇ ਚੱਲਦੇ ਸੀ, ਜੋ ਗੁਰੂ ਨਾਨਕ ਦੀ ਮਤ ਨੂੰ ਜਿਹਨਾਂ ਸੁਣ ਕੇ ਮੰਨ ਕੇ ਜੋ ਚੱਲ ਰਹੇ ਸੀ। ਗੁਰੂ ਗੋਬਿੰਦ ਸਿੰਘ ਜੀ ਤੱਕ ਬਹੁਤ ਥੋੜ੍ਹੇ ਲੋਕ ਸੀ, ਕਿਉਂਕਿ ਜ਼ਿਆਦਾ ਕੁਰਾਨ ਨੂੰ ਪੜ੍ਹਦਾ ਸੀ ਕੋਈ ਲੋਕ, ਕੁਛ ਕੁਰਾਨ ਨੂੰ ਵਾਚਦੇ ਸੀ। ਤੇ ਫਿਰ ਸਾਨੂੰ ਕਹਿੰਦੇ ਕਿ ਵੀ ਤੁਸੀਂ ਸਭ ਨੂੰ, ਇਹ ਨਹੀਂ ਦੇਖਣਾ ਵੀ ਕੋਈ ਕੌਣ ਧਰਮ ਕਿਸ ਨੂੰ ਮੰਨਦਾ, ਤੁਸੀਂ ਸਾਰਿਆਂ ਨੂੰ ਉਚਾਰ ਕੇ ਦੱਸਣਾ ਹੈ। ਡੇਂਬ ਬਿੰਬ ਕਸ਼ ਨਾਇਕ ਨਾ ਕਰੋ, ਅਸੀਂ ਕੋਈ ਪਖੰਡ ਨਹੀਂ ਕਰਨਾ, ਕਿਸੇ ਭੇਖ ਦੇ ਨਾਲ ਨਹੀਂ ਜੁੜਨਾ। ਅਸੀਂ ਸਾਰਿਆਂ ਨੂੰ, ਕਿਉਂਕਿ ਸਾਰੇ ਪਰਮੇਸ਼ਰ ਦੇ ਨੇ, ਸਾਰਿਆਂ ਨੂੰ ਹੀ ਉਹ ਗਿਆਨ ਦੇਣਾ ਹੈ ਜਿਸ ਗਿਆਨ ਨੂੰ ਦੇ ਕੇ ਪ੍ਰਭੂ ਨੇ ਸਾਨੂੰ ਭੇਜਿਆ ਹੈ। ਅੱਗੇ ਆ ਜਾਂਦਾ ਹੈ ਰਸ਼ਾਵਲ ਛੰਦ। ਰਸ਼ਾਵਲ ਕਿਉਂਕਿ ਮਾਲਕ ਆਪ ਸਾਡੀ ਰਸ਼ਾ ਕਰਦਾ ਹੈ, ਆਪ ਸਹਾਈ ਹੋ ਜਾਂਦਾ ਹੈ, ਤਾਂ ਹੀ ਆਪਾਂ ਇਹ ਸਾਰਾ ਕੁਛ ਕਰ ਸਕਦੇ ਹਾਂ। ਉਸ ਨੂੰ ਉਹਦੇ ਦਾਇਰੇ ਦੇ ਵਿੱਚ ਰਹਿ ਕੇ, ਉਹਦੇ ਹੁਕਮ ਦੇ ਵਿੱਚ ਰਹਿ ਕੇ ਜੀਵ ਫਿਰ ਉਸ ਦੇ ਦੱਸੇ ਹੁਕਮ ਨੂੰ ਕਮਾਉਂਦਾ ਹੈ। ਨਾ ਜਟਾ ਮੂੰਡ ਧਾਰੋ, ਨਾ ਸਿਰ ਤੇ ਅਸੀਂ ਜਟਾ ਰੱਖਾਂਗਾ, ਨਾ ਮੁੰਦਰਕਾ ਸਵਾਰੋ, ਨਾ ਕੰਨਾਂ 'ਚ ਮੁੰਦਰਾ ਪਾਵਾਂਗੇ। ਜਪੋ ਤਾਸ ਨਾਮ, ਜਾਂ ਆਪਾਂ ਇਹ ਕਹਿ ਲਈਏ ਕਿ ਉਹਨਾਂ ਦਾ ਸਾਨੂੰ ਉਪਦੇਸ਼ ਹੈ ਕਿ ਨਾ ਤਾਂ ਭਾਈ ਜਟਾਂ ਰੱਖੋ ਸਿਰ ਦੇ ਉੱਤੇ ਤੇ ਨਾ ਮੁੰਦਰਕਾਂ ਪਾਓ। ਜਪੋ ਤਾਸ ਨਾਮ, ਸਿਰਫ ਉਸ ਪਰਮੇਸ਼ਰ ਦੇ ਨਾਮ ਨੂੰ ਜਪੋ। ਸਰੈ ਸਰਬ ਕੰਮ, ਜਿਹੜਾ ਸਾਰੇ ਪਾਸੇ ਸਾਡੇ ਕੰਮ ਸਾਰੇ, ਜੋ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਹਾਇਤਾ ਕਰੇ। ਨਾ ਨੈਣੰਗ ਵਿਚਾਓ, ਨਾ ਡਿੰਬੰਗ ਦਿਖਾਓ, ਨਾ ਨੇਤਰ ਬੰਦ ਕਰੋ, ਨਾ ਕਰੋ ਨਾ ਕਰਾਓ, ਨਾ ਪਖੰਡ ਕਰੂੰ ਭੇਖ ਕਰੂੰ, ਨਾ ਕੁਕਰਮੰ ਕਮਾਊਂ, ਕੋਈ ਕੁਕਰਮ ਨਹੀਂ। ਕਿਉਂਕਿ ਜਿਹੜਾ ਕਰਮ ਕੀ ਸਾਡਾ ਇੱਕ ਹੀ ਹੈ, ਮਨ ਦਾ ਕਰਮ ਕੀ ਹੈ, ਨਾਮ ਤੇ ਆਉਣਾ। ਹੋਰ ਜੋ ਵੀ ਆਪਾਂ ਕਰਦੇ ਸਾਰਾ ਪਖੰਡ ਹੈ, ਉਹ ਕੁਕਰਮ ਹੈ, ਉਹ ਮਨ ਦੇ ਵਿਰੁੱਧ ਹੈ, ਵਿਅਰਥ ਹੈ, ਮਨ ਨੂੰ ਸਜ਼ਾ ਦਵਾਏਗਾ। ਨਾ ਭੇਖੀ ਕਹਾਊਂ, ਨਾ ਭੇਖੀ ਕਹਾਵਾਂਗੇ, ਨਾ ਆਪੇ ਕਰਾਂਗੇ ਤੇ ਨਾ ਦੂਜਿਆਂ ਨੂੰ ਪੇ ਕਰਨ ਨੂੰ ਕਵਾਂਗੇ। ਅੱਗੇ ਫਿਰ ਸੌਪੀ ਦੇ ਵਿੱਚ ਸਮਝਾਉਂਦੇ ਨੇ, ਜੇ ਭੇਖ ਸੋ ਤਨ ਮੈਂ ਧਾਰੈ, ਵੀ ਜਿਹੜੇ ਤਨ ਦੇ ਵਿੱਚ ਭੇਖ ਧਾਰਨਗੇ, ਤਨ ਦਾ ਭੇਖ ਕਰਨਗੇ, ਤੇ ਪ੍ਰਭ ਜਨ ਕਛ ਕਹਿਣਾ ਵਿਚਾਰੈ। ਜਿਹੜੇ ਭੇਖੀ ਲੋਕ ਨੇ ਉਹ ਪ੍ਰਭੂ ਦੇ ਬਾਰੇ ਕੋਈ ਵਿਚਾਰ ਨਹੀਂ ਕਰ ਸਕਦੇ, ਕਿਉਂਕਿ ਪ੍ਰਭੂ ਉਹਨਾਂ ਨੂੰ ਜਨਾਉਂਦਾ ਹੀ ਨਹੀਂ। ਆਪਾਂ ਜਿਹੜੇ ਭੇਖ ਕਰਦੇ ਨੇ, ਭੇਖ ਕਰਕੇ ਕੋਈ ਸੰਤ ਕੋਈ ਸਾਧੂ ਆਪਣੇ ਆਪ ਨੂੰ ਦਿਖਾਉਂਦੇ ਨੇ, ਭੇਖ ਦੁਆਰਾ ਹੈ ਨਹੀਂ। ਐਸੇ ਜੀਵ ਫਿਰ ਪ੍ਰਭੂ ਦੇ ਬਾਰੇ ਕੁਛ ਨਹੀਂ ਵਿਚਾਰ ਸਕਦੇ, ਤੇ ਪ੍ਰਭੂ ਵੀ ਉਹਨਾਂ ਦੇ ਕੀਤੇ ਨੂੰ ਲੇਖੇ ਨਹੀਂ ਪਾਉਂਦਾ। ਸਮਝ ਲਿਓ ਸਭ ਜਨ ਮਨ ਮਾਹੀ, ਵੀ ਸਾਰੇ ਲੋਕ ਇਹ ਮਨ ਦੇ ਵਿੱਚ ਸਮਝ ਲਿਓ, ਕਿਸ ਦੁਆਰਾ, ਉਹਦੇ ਜਨਾਂ ਦੁਆਰਾ। ਡਿੰਬਨ ਮੈਂ ਪਰਮੇਸ਼ਰ ਨਾਹੀਂ, ਕਿ ਪਖੰਡ ਦੇ ਵਿੱਚ ਭੇਖ ਦੇ ਵਿੱਚ ਪਰਮੇਸ਼ਰ ਨਹੀਂ ਹੈ। ਤਨ ਤੱਕ ਪਰਮੇਸ਼ਰ, 9 ਦਰਾਂ ਦੇ ਸਵਾਰਨ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ, ਕਿਉਂਕਿ ਪਰਮੇਸ਼ਰ 10ਵੇਂ ਦੁਆਰ ਦੇ ਵਿੱਚ ਹੈ। ਕਿੰਨਾ ਆਪਾਂ ਸ਼ਿੰਗਾਰ ਕਰ ਲਈਏ, ਸਵਾਰ ਲਈਏ ਸਰੀਰ ਨੂੰ, ਕਿੰਨੇ ਸੋਹਣੇ ਹੋ ਜਾਈਏ, ਪਰਮੇਸ਼ਰ ਨਹੀਂ ਮਿਲਦਾ। ਪਰਮੇਸ਼ਰ ਸਾਡੀ ਜੋਤ ਨਾਲ ਪਿਆਰ ਕਰਦਾ ਹੈ। ਰੂਪਵੰਤ ਹੋਏ ਨਾ ਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ।
ਧਨਵੰਤਾ ਹੋਏ ਕਿਆ ਕੋ ਗਰਵ ਹੈ, ਜਾਂ ਸਭ ਕਿਸ ਤਿਸ ਕਾ ਦੀਆ ਦਰਬ ਹੈ। ਅਤ ਸੂਰਜ ਏਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ। ਜੇ ਕੋ ਹੋਏ ਪਹਿ ਦਾਤਾਰ ਤਿਸ ਦੇਣ ਹਰ ਜਾਣੈ ਗਵਾਰ। ਜਿਸ ਗੁਰ ਪ੍ਰਸਾਦ ਟੂਟੇ ਹੋ ਰੋਗ, ਨਾਨਕ ਸੋ ਜਨ ਸਦਾ ਹਰੋਗ। ਜੇ ਜੇ ਕਰਮ ਕਰ ਡਿੰਬ ਦਿਖਾਹੀਂ, ਤਿਨ ਪ੍ਰਲੋਗਨ ਮੋਗਤ ਨਹੀਂ। ਵੀ ਜੋ ਵੀ ਡਿੰਬ ਕਰਦੇ ਨੇ, ਪਖੰਡ ਕਰਕੇ ਲੋਕਾਂ ਨੂੰ ਦਿਖਾਉਂਦੇ ਨੇ, ਐਸੇ ਲੋਕਾਂ ਦੀ ਮੇਰੇ ਕੋਲ ਕੋਈ ਗਤ ਨਹੀਂ ਹੋਣੀ। ਉਹਨਾਂ ਦਾ ਮੇਰੇ ਕੋਲ ਕੋਈ ਵੀ ਉਹਨਾਂ ਦਾ ਲਾਭ ਨਹੀਂ ਹੋਣਾ, ਜਿਹੜੇ ਲੋਕਾਂ ਨੂੰ ਸਮਾਂ ਸਜ਼ਾ ਮਿਲਣੀ ਹੈ। ਜੀਵਤ ਚਲਤ ਜਗਤ ਕੇ ਕਾਜਾ, ਸਵਾਂਗ ਦੇਖ ਕਰ ਪੂਜਤ ਰਾਜਾ। ਵੀ ਉਹ ਸੰਸਾਰ ਦੇ ਕਾਰਜਾਂ ਦੇ ਵਾਸਤੇ, ਜਿਵੇਂ ਆਪਾਂ ਜਾਂਦੇ ਹਾਂ ਉਹਨਾਂ ਲੋਕਾਂ ਦੇ ਕੋਲ ਕਿ ਸਾਡਾ ਸੰਸਾਰਿਕ ਆ ਕਾਜ ਸਿਮਰ ਜਾਵੇ, ਅਤੇ ਇੱਦਾਂ ਜੀਵ ਉਹਨਾਂ ਲੋਕਾਂ ਦੇ ਕੋਲੋਂ ਭਰਮ ਦੇ ਵਿੱਚ ਪੈ ਕੇ ਆਸ ਰੱਖਦੇ ਨੇ ਕਿ ਸਾਡਾ ਇਹ ਕਾਜ ਸਵਾਰ ਦੇਣਗੇ, ਸਾਡਾ ਇਹ ਕਾਰਜ ਸਵਾਰ ਦੇਣਗੇ। ਹਾਂ, ਆਪਣਾ ਤਾਂ ਕਾਰਜ ਨਹੀਂ ਸਿਮਰਦਾ, ਲੇਕਿਨ ਉਹਨਾਂ ਦੇ ਸਿਮਰ ਜਾਂਦੇ ਨੇ, ਕਿਉਂਕਿ ਉਹ ਸਾਨੂੰ ਕਹਿਣਗੇ ਤੇਰਾ ਕਾਰਜ ਸਿਮਰ ਜੇਗਾ, ਤੈਨੂੰ ਇੰਨੀ ਭੇਟਾ ਦੇਣੀ ਪਏਗੀ, ਇੰਨੀ ਭੇਟਾ ਲੱਗੇਗੀ। ਉਹ ਲੋਕ ਸਾਨੂੰ ਉਹਨਾਂ ਦੇ ਕਾਰਜ ਸਿਮਰ ਜਾਂਦੇ ਸੰਸਾਰਿਕ, ਲੇਕਿਨ ਸਾਡਾ ਨਹੀਂ ਕੋਈ ਸਿਮਰਦਾ। ਇਸ ਕਰਕੇ ਲੇਕਿਨ ਸਾਨੂੰ ਭਰਮ ਦੇ ਵਿੱਚ ਪਾਉਣ ਵਾਸਤੇ ਉਹ ਸੁਆਂਗ ਕਰਦੇ ਨੇ, ਦਿਖਾਵਾ ਕਰਦੇ ਨੇ। ਇਸ ਕਰਕੇ ਲੋਕ ਉਹਨਾਂ ਕੋਲ ਜਾਂਦੇ ਨੇ, ਉਹਨਾਂ ਨੂੰ ਮੰਨਦੇ ਨੇ, ਪਰ ਪਰਮੇਸ਼ਰ ਦੇ ਕੋਲ ਉਹਨਾਂ ਦਾ ਕੋਈ ਗਤ ਨਹੀਂ ਹੈ। ਸੁਆਂਗਨ ਮੈਂ ਪਰਮੇਸ਼ਰ ਨਹੀਂ। ਜਿਹੜਾ ਸੁਆਂਗ ਕਰਦੇ ਨੇ, ਦਿਖਾਵਾ ਕਰਦੇ ਨੇ, ਪੇਹ ਕਰਦੇ ਨੇ, ਉਹਦੇ ਵਿੱਚ ਪਰਮੇਸ਼ਰ ਨਹੀਂ ਹੈ। ਖੋਜ ਫਿਰੇ ਸਭ ਹੀ ਕੋ ਕਾਹੀ। ਜਿੱਥੇ ਮਰਜੀ ਖੋਜ ਲਵੇ ਕੋਈ, ਉਹਨਾਂ ਨੂੰ ਕਦੇ ਪਰਮੇਸ਼ਰ ਨਹੀਂ ਮਿਲ ਸਕਦਾ। ਜਿਹੜੇ ਦਿਖਾਵਾ ਪੇਹ ਕਰਦੇ ਨੇ, ਪਖੰਡ ਕਰਦੇ ਨੇ। ਆਪਣੋ ਮਨ ਕੋ ਕਰ ਜੋ ਮੋਜ ਹੈ ਆਨਾ, ਪਾਰ ਬ੍ਰਹਮ ਕੋਤੀ ਨਹੀਂ ਪਛਾਨਾ। ਵੀ ਜਿਹੜਾ ਜੀਵ ਆਪਣੇ ਮਨ ਕਰਕੇ ਮੇਰੀ ਸ਼ਰਨ 'ਚ ਆਏਗਾ, ਧਿਆਨ ਦੁਆਰਾ ਮੇਰੀ ਸ਼ਰਨ 'ਚ ਆਏਗਾ, ਉਹੀ ਫਿਰ ਪਰਮੇਸ਼ਰ ਨੂੰ ਪਹਿਚਾਣ ਸਕੇਗਾ। ਜਿਹੜਾ ਬਾਹਰੀ ਪੇਹ ਕਰਦਾ ਹੈ, ਪਖੰਡ ਕਰਦਾ ਹੈ, ਉਹ ਉਸ ਪਰਮੇਸ਼ਰ ਨੂੰ ਨਹੀਂ ਪਹਿਚਾਣ ਸਕਦਾ। ਤੇ ਦੋਹਰੇ ਦੇ ਵਿੱਚ ਸਮਝਾਉਂਦੇ ਨੇ, ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ। ਵੀ ਭੇਖ ਦਿਖਾਉਂਦੇ ਨੇ ਜਗਤ ਨੂੰ, ਲੋਕਾਂ ਨੂੰ ਬਸ ਦੇ ਵਿੱਚ ਕਰਨ ਵਾਸਤੇ। ਐਸੇ ਲੋਕ ਜਿਹੜੇ ਨੇ, ਅੰਤ ਕਾਲ ਕਾਤੀ ਕੱਟਿਓ। ਅੰਤ ਸਮੇਂ ਉਹਨਾਂ ਦੀ ਜੀਭਾ ਕੱਟ ਲੈਣੀ ਹੈ ਜੀ, ਕਿਉਂਕਿ ਉਹ ਜਿਹੜੀ ਜੀਭਾ ਮਨੁੱਖ ਦੇ ਕੋਲ ਹੈ, ਜਿੱਥੇ ਆਪਾਂ ਪੁੱਛ ਵੀ ਸਕਦੇ ਹਾਂ, ਦੱਸ ਵੀ ਸਕਦੇ ਹਾਂ, ਪਰਮੇਸ਼ਰ ਦਾ ਗਿਆਨ ਦੇ ਵੀ ਸਕਦੇ ਹਾਂ, ਕਿਉਂਕਿ ਸਾਡੇ ਕੋਲ ਰਸਨਾ ਹੈ ਜਿਹਨੂੰ ਆਪਾਂ ਬਿਆਨ ਕਰ ਸਕਦੇ ਹਾਂ, ਆਪਾਂ ਪੜ੍ਹ ਵੀ ਸਕਦੇ ਹਾਂ, ਸਮਝ ਵੀ ਸਕਦੇ ਹਾਂ, ਪੁੱਛ ਵੀ ਸਕਦੇ। ਉਹ ਜੀਭਾ ਫਿਰ ਅੱਗੇ ਕੱਟ ਲਈ ਜਾਂਦੀ ਹੈ। ਹੋਰ ਜਨਮਾਂ ਦੇ ਵਿੱਚ ਐਸੀ ਜੀਭਾ ਨਹੀਂ ਮਿਲਦੀ, ਅਤੇ ਸਾਨੂੰ ਨਰਕਾਂ ਦੇ ਵਿੱਚ ਸਿੱਟ ਦੇਣਾ ਹੈ। ਬਾਸ ਨਰਕ ਮੈਂ ਲੀਨ। ਅਤੇ ਫਿਰ ਨਰਕਾਂ ਦੇ ਵਿੱਚ 84 ਲੱਖ ਨਰਕ ਭੋਗਣੇ ਪੈਣੇ ਨੇ, ਕਿਉਂਕਿ ਬੋਲ ਨਹੀਂ ਸਕੇਗਾ, ਪੁੱਛ ਨਹੀਂ ਸਕੇਗਾ, ਪੜ੍ਹ ਨਹੀਂ ਸਕੇਗਾ, ਗਿਆਨ ਨਹੀਂ ਲੈ ਸਕੇਗਾ। ਇਸ ਕਰਕੇ ਸਾਨੂੰ ਸਮਝਾਉਂਦੇ ਨੇ। ਅੱਗੇ ਚੌਪਈ ਦੇ ਵਿੱਚ ਸਮਝਾਉਂਦੇ ਨੇ, ਜੇ ਜਗ ਕੋ ਡਿੰਬ ਦਿਖਾਵੈ, ਲੋਗਨ ਮੂਡ ਅਧਿਕ ਸੁਖ ਪਾਵੈ। ਵੀ ਜਿਹੜੇ ਸੰਸਾਰ ਨੂੰ ਪੇਹ ਕਰਕੇ, ਪਖੰਡ ਕਰਕੇ ਦਿਖਾਉਂਦੇ ਨੇ, ਸੁਆਂਗ ਕਰਕੇ ਦਿਖਾਉਂਦੇ ਨੇ, ਅਤੇ ਲੋਕਾਂ ਨੂੰ ਲੁੱਟਦੇ ਨੇ, ਲੁੱਟ ਲੈਂਦੇ ਨੇ, ਮੁੰਡ ਲੈਂਦੇ ਨੇ। ਲੋਗਨ ਮੂਡ ਅਧਿਕ ਸੁਖ ਪਾਵੇ, ਅਤੇ ਆਪ ਸੁਖ ਪਾਉਂਦੇ ਨੇ। ਸੰਸਾਰ ਦਾ ਧਨ ਦੌਲਤ, ਸਰੀਰਕ ਸੁਖ ਪ੍ਰਾਪਤ ਕਰਦੇ ਨੇ ਲੋਕਾਂ ਨੂੰ ਲੁੱਟ ਕੇ। ਨਾਸਾਂ ਮੂੰਦ ਕਰੇ ਪ੍ਰਣਾਮ। ਨੱਕ ਬੰਦ ਕਰ ਲੈਂਦੇ ਨੇ, ਪ੍ਰਣਾਮ ਕਰਦੇ ਨੇ, ਦਿਖਾਵਾ ਕਰਦੇ ਨੇ। ਫੋਕਟ ਧਰਮ ਨਾ ਕੌਡੀ। ਵੀ ਸਾਰੇ ਫੋਕਟ ਧਰਮ ਨੇ, ਇੱਕ ਕੌਡੀ ਵੀ ਸਾਡੇ ਕੰਮ ਨਹੀਂ ਆਉਣੇ, ਕੌਡੀ ਦੇ ਬਰਾਬਰ ਵੀ ਨਹੀਂ ਹਨ, ਸਾਰਾ ਫੋਕਟ ਹੈ। ਫੋਕਟ ਧਰਮ ਜਿੱਥੇ ਜਗ ਕਰਹੀਂ। ਜੋ ਵੀ ਸੰਸਾਰ 'ਚ ਫੋਕਟ ਧਰਮ ਕਰੇਗਾ, ਸੰਸਾਰ ਦੇ ਵਿੱਚ ਨਰਕ ਕੁੰਡ ਭੀਤਰ ਤੇ ਪਰਹੀਂ।
ਉਹ ਨਰਕ ਕੁੰਡ ਦੇ ਵਿੱਚ ਹੀ ਜਾਣਗੇ, ਕਿਉਂਕਿ ਸਾਰਾ ਫੋਕਟ ਹੈ ਜੋ ਦਿਸਦਾ ਹੈ। ਹਾਥ ਚ ਹਲਾਏ ਸੁਰਗ ਨਾ ਜਾਹੂੰ, ਜੋ ਮਨ ਜੀਤ ਸਕਾ ਨਹੀਂ ਕਾਹੂੰ। ਹੱਥ ਹਿਲਾਉਣ ਦੇ ਨਾਲ ਸੁਰਗ ਨਹੀਂ ਜਾ ਸਕਦਾ ਜਦ ਤੱਕ ਜੀਵ ਆਪਣੇ ਮਨ ਨੂੰ ਜਿੱਤ ਨਹੀਂ ਲੈਂਦਾ, ਜਦ ਤੱਕ ਮਨ ਪੰਜਾਂ ਨੂੰ ਜਿੱਤ ਨਹੀਂ ਲੈਂਦਾ, ਭੇਖ ਤੋਂ ਰਹਿਤ ਨਹੀਂ ਹੋ ਜਾਂਦਾ, ਸੰਸਾਰਿਕ ਵਡਿਆਈਆਂ ਨਹੀਂ ਛੱਡ ਦਿੰਦਾ, ਆਪਣੇ ਆਪ ਨੂੰ ਨਿਮਾਣਾ ਨਿਤਾਣਾ ਨਹੀਂ ਸਮਝ ਲੈਂਦਾ ਅਤੇ ਗੁਰ ਦਾ ਗਿਆਨ ਲੈ ਕੇ ਕਮਾ ਨਹੀਂ ਲੈਂਦਾ। ਜਦ ਤੱਕ ਮਨ ਇਹਨਾਂ ਪੰਜਾਂ ਨੂੰ ਜਿੱਤ ਨਹੀਂ ਲੈਂਦਾ ਤੇ ਉਹ ਸੁਰਗ ਵੀ ਨਹੀਂ ਜਾ ਸਕਦਾ। ਮੁਕਤੀ ਤਾਂ ਇੱਕ ਪਾਸੇ ਹੈ, ਸੁਰਗ ਦਾ ਵੀ ਵਾਸੀ ਨਹੀਂ ਬਣ ਸਕਦਾ, ਕਿਉਂਕਿ ਆਪਾਂ ਨੂੰ ਤਾਂ ਮੁਕਤ ਫਲ ਦਾ ਉਪਦੇਸ਼ ਦਿੱਤਾ ਹੈ ਕਿ ਆਪਾਂ ਦੋਨੇ ਹੀ ਛੱਡਦੇ ਨੇ, ਨਰਕ ਵੀ ਤੇ ਸੁਰਗ ਵੀ। ਪਰ ਇਹ ਲੋਕ ਤਾਂ ਸੁਰਗ ਦੇ ਵਿੱਚ ਵੀ ਨਹੀਂ ਜਾ ਸਕਦੇ, ਜਿਨ੍ਹਾਂ ਨੂੰ ਆਪਾਂ ਸਾਧੂ ਸੰਤ ਸਮਝਦੇ ਹਾਂ, ਜਿਨ੍ਹਾਂ ਤੋਂ ਆਪਾਂ ਆਸ ਰੱਖਦੇ ਕਿ ਇਹ ਸਾਨੂੰ ਮੁਕਤ ਕਰਵਾ ਦੇਣਗੇ, ਇਹ ਨਰਕ ਦੇ ਵਿੱਚ ਹੀ ਜਾਣਗੇ ਅਤੇ ਆਪਾਂ ਇਹਨਾਂ ਦੇ ਪਿੱਛੇ ਚੱਲਾਂਗੇ, ਆਪਾਂ ਵੀ ਨਰਕ ਦੇ ਵਿੱਚ ਜਾਵਾਂਗੇ। ਇਸ ਕਰਕੇ ਆਪਾਂ ਉਹ ਧਿਆਉਣਾ ਹੈ ਜੋ ਸਾਡੇ ਇੱਥੇ ਵੀ ਅਤੇ ਅੱਗੇ ਵੀ ਕੰਮ ਆਵੇ, ਜਿਹੜਾ ਸਾਨੂੰ ਮੋਕਸ਼ ਦਵਾਵੇ, ਸੁਰਗ ਅਤੇ ਨਰਕ ਤੋਂ ਉੱਤੇ ਚੁੱਕ ਦੇਵੇ। ਬਾਬਾ ਕਬੀਰ ਜੀ ਸਮਝਾਉਂਦੇ ਨੇ ਕਿ ਅਸੀਂ ਦੋਨੋਂ ਹੀ ਰੱਦ ਕਰ ਦਿੱਤੇ, ਸੁਰਗ ਨਰਕ ਦੋ ਰਾਦੇ, ਸੰਤਨ ਕੇ ਪ੍ਰਸਾਦੇ। ਕਿ ਅਸੀਂ ਦੋਨੋਂ ਰੱਦ ਕਰਦੇ, ਅਸੀਂ ਕਿਸੇ ਦੇ ਡਰ ਨਹੀਂ ਰੱਖਦੇ। ਹਮ ਕਿਸੇ ਕੀ ਕਾਨ ਨਹੀਂ ਕਰਤੇ, ਸਤਿਗੁਰ ਕੈ ਪ੍ਰਸਾਦੇ। ਕਿਆ ਨਰਕ ਕਿਆ ਸੁਰਗ ਵਿਚਾਰੇ, ਸੰਤਨ ਦੋ ਰਾਦੇ। ਵੀ ਕਿਆ ਨਰਕ ਕਿਆ ਸੁਰਗ ਦੀ ਵਿਚਾਰ ਕਰੀਏ, ਸੰਤਾਂ ਨੇ ਤਾਂ ਦੋਨੋਂ ਹੀ ਰੱਦ ਕਰ ਦਿੱਤੇ। ਹਮ ਕਿਸੇ ਕੀ ਕਾਨ ਨਾ ਕਰਤੇ, ਹਮ ਕਾਹੂ ਕੀ ਕਾਨ ਨਾ ਕਰਤੇ, ਸਤਿਗੁਰ ਕੇ ਪ੍ਰਸਾਦੇ। ਵੀ ਅਸੀਂ ਤਾਂ ਸਤਿਗੁਰ ਦੇ ਕਿਰਪਾ ਦੇ ਨਾਲ ਹੁਣ ਕਿਸੇ ਦਾ ਡਰ ਨਹੀਂ, ਨਾ ਸਾਨੂੰ ਨਰਕ ਦਾ ਅਤੇ ਨਾ ਸੁਰਗ ਦਾ, ਕਿਉਂਕਿ ਇਸ ਤੋਂ ਦੋਨੋਂ ਹੀ ਛੱਡ ਦਿੱਤੇ। ਅਸੀਂ ਤਾਂ ਉੱਥੇ ਵਾਸਾ ਕਰ ਲਿਆ ਜਿੱਥੇ ਆਦਿ ਤੋਂ ਅੰਤ ਤੱਕ ਵਸਣਾ ਹੈ, ਜਿੱਥੇ ਜਿਹਨੂੰ ਸਮਝਾਉਂਦੇ ਨੇ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਔਰ ਆਦਿ। ਸੁਆਓ ਗੁਰਮੁਖ ਪਿਆਰਿਓ, ਹੁਣ ਆਪਾਂ ਥੋੜ੍ਹਾ ਅਭਿਆਸ ਵੀ ਕਰ ਲਈਏ। ਆਓ ਤੋਂ ਇੱਕ ਸ਼ਬਦ ਹੋਰ ਰਹਿ ਗਿਆ, ਅੱਗੇ ਦੋਹਰਾ 2। ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹਿਓ ਜਗ ਮਾਹੇ। ਵੀ ਜੋ ਮੈਨੂੰ ਪ੍ਰਭੂ ਨੇ ਕਿਹਾ ਸੀ ਉਹ ਮੈਂ ਆ ਕੇ ਸੰਸਾਰ 'ਚ ਕਹਿ ਦਿੱਤਾ ਹੈ। ਜੋ ਤੇ ਪ੍ਰਭ ਕੋ ਧਿਆਇ ਹੈ, ਅੰਤ ਸੁਰਗ ਕੋ ਜਾਹੇ। ਜੋ ਪ੍ਰਭੂ ਨੂੰ ਧਿਆਉਂਦੇ ਨੇ ਉਹ ਸੁਰਗ ਨੂੰ ਜਾਣਗੇ। ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜਤ ਰੰਗ ਜਿਉ ਜਲ ਹੀ ਵੇਖੈ। ਵੀ ਜਿਹੜੇ ਹਰੀ ਦੇ ਜਨ ਹਨ ਉਹ ਇੱਕੋ ਹੀ ਨੇ, ਦੋ ਨਹੀਂ ਹਨ। ਉਹਨਾਂ ਦੇ ਵਿੱਚ ਫਰਕ ਕੋਈ ਨਹੀਂ ਹੈ। ਉਹਨਾਂ ਦਾ ਫਰਕ ਕਿੰਨਾ ਕੁ ਹੈ ਮਾਲਕ ਦੇ ਨਾਲੋਂ, ਜਿਵੇਂ ਪਾਣੀ ਹੈ, ਪਾਣੀ ਦੇ ਵਿੱਚ ਇੱਕ ਤਰੰਗ ਉੱਠਦੀ ਹੈ, ਤੋ ਇੰਨਾ ਕੁ ਫਰਕ ਹੈ। ਜਲ ਤੇ ਉਪਜਤ ਰੰਗ ਜਿਉ ਜਲ ਹੀ ਮਾਹੇ ਸਮਾਏ। ਇੱਦਾਂ ਉਹ ਉੱਠ ਕੇ ਸਾਨੂੰ ਇੱਕ ਵੱਖਰੇ ਦਿਸਦੇ ਨੇ ਪਰਮੇਸ਼ਰ ਤੋਂ, ਜਿਵੇਂ ਪਾਣੀ ਦੇ ਵਿੱਚ ਇੱਕ ਤਰੰਗ ਵੱਖਰੀ ਦਿਸਦੀ ਹੈ ਲੇਕਿਨ ਉੱਠਦੀ ਹੈ ਫਿਰ ਸਮਾਉਂਦੀ ਹੈ। ਇੱਦਾਂ ਹਰੀ ਤੇ ਜਨ ਪਰਮੇਸ਼ਰ 'ਚੋਂ ਉੱਠ ਕੇ ਸੰਸਾਰ ਦੇ ਵਿੱਚ ਵਿਚਰਦੇ ਨੇ, ਸਾਨੂੰ ਵੱਖਰੇ ਲੱਗਦੇ ਨੇ ਲੇਕਿਨ ਫਿਰ ਉਹਦੇ ਵਿੱਚ ਸਮਾਉਂਦੇ ਨੇ। ਇੱਦਾਂ ਸਾਨੂੰ ਸਮਝਾਇਆ ਹੈ। ਇੱਕ ਜੀਵਨ ਮੁਕਤ ਹੈ, ਇੱਕ ਇੱਥੇ ਆਪਾਂ ਸਵਰਗ ਦੇ ਵਾਸੀ ਬਣ ਜਾਂਦੇ ਹਾਂ। ਸਵਰਗ ਲੋਕ, ਦੇਵ ਲੋਕ ਜਿਸ ਨੂੰ ਆਪਾਂ ਕਹਿੰਦੇ ਹਾਂ, ਜਿੱਥੇ ਜਾ ਕੇ ਇੱਕ ਦ੍ਰਿਸ਼ਟ ਹੋ ਕੇ ਤੇ ਅੰਤ ਸਮੇਂ ਮੁਕਤੀ ਮਿਲਦੀ ਹੈ। ਦੋ ਹੈ, ਉੱਥੇ ਆਪਾਂ ਪ੍ਰਭੂ ਨੂੰ ਤਿਆਗ ਕੇ ਇੱਥੇ ਸਵਰਗੀ ਬਣ ਜਾਂਦੇ ਹਾਂ। ਮਨ ਸਵਰਗ ਦਾ ਵਾਸੀ ਬਣ ਜਾਂਦਾ ਹੈ ਲੇਕਿਨ ਅੰਤ ਸਮੇਂ ਮੁਕਤੀ ਮਿਲਦੀ ਹੈ। ਇੱਕ ਜੀਵਨ ਮੁਕਤ ਹੁੰਦੇ ਨੇ। ਮੇਥੇ ਆਪਾਂ ਨੂੰ ਧਿਆਇਆ ਹੈ, ਵਿਚਾਰਿਆ ਹੈ, ਜੋ ਤੇ ਪ੍ਰਭ ਕੋ ਧਿਆਏ ਹੈ, ਅੰਤ ਸੁਰਗ ਕੋ ਜਾਹੇ। ਸੁਰਗ ਦੇ ਵਾਸੀ ਬਣ ਜਾਂਦੇ ਨੇ। ਤੇ ਫਿਰ ਜਿਹੜੇ ਰੋਜ਼ ਇਹ ਧਿਆਉਂਦੇ ਰਹਿੰਦੇ ਨੇ, ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ, ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ। ਜਿਹੜੇ ਧਿਆਉਂਦੇ ਰਹਿੰਦੇ ਨੇ ਅੰਤ ਸਮੇਂ ਤੱਕ, ਉਹਨਾਂ ਨੂੰ ਫਿਰ ਮੋਕਸ਼ ਮਿਲਦੀ ਹੈ।
ਇੱਕ ਜੀਵਨ ਮੁਕਤ ਹੁੰਦੇ ਨੇ ਜਿਹੜੇ ਸਾਧੂ ਨੇ, ਇੱਕ ਸੰਤ ਨੇ ਜਿਹੜੇ ਅੰਤ ਸਮੇਂ ਮੁਕਤੀ ਮਿਲਦੀ ਹੈ। ਦੋ ਥੋੜਾ ਹੋਰ ਹੈ ਚੌਪਈ ਦੇ ਵਿੱਚ, ਜੇ ਜੇ ਬਾਦ ਕਰਤ ਅਹੰਕਾਰਾ ਤਿੰਨ ਤੇ ਪਿੰਨ ਰਹਿਤ ਕਰਤਾਰਾ। ਵੀ ਜਿਹੜੇ ਇੱਥੇ ਹੰਕਾਰ ਕਰਦੇ ਨੇ ਸੰਸਾਰ ਦੇ ਵਿੱਚ, ਜਾਂ ਬਾਦ ਵਿਵਾਦ ਕਰਦੇ ਨੇ, ਬੈਰ ਵਿਰੋਧ ਕਰਦੇ ਨੇ, ਉਹਨਾਂ ਤੋਂ ਪਰਮੇਸ਼ਰ ਬਾਕੀ ਰਹਿੰਦਾ, ਕਿਉਂਕਿ ਉਹਨਾਂ ਦਾ ਮਿਲਾਪ ਨਹੀਂ ਹੋ ਸਕਦਾ। ਕਿਉਂਕਿ ਜਿਨ੍ਹਾਂ ਦਾ ਮਿਲਾਪ ਹੋ ਗਿਆ ਉਹ ਬੈਰ ਵਿਰੋਧ ਨਹੀਂ ਕਰਦੇ। ਵੇਦ ਕਤੇਬ ਵਿਖੇ ਹਰ ਨਾਹੀ, ਜਾਣ ਲਿਓ ਹਰ ਜਨ ਮਨ ਮਾਹੀ। ਅਤੇ ਵੇਦਾਂ ਕਤੇਬਾਂ ਦੇ ਵਿੱਚ ਪਰਮੇਸ਼ਰ ਨਹੀਂ ਹੈ, ਕਿਉਂਕਿ ਤਾਂ ਵੇਦ ਕਤੇਬ ਤਾਂ ਸਾਨੂੰ ਪਰਮੇਸ਼ਰ ਨੂੰ ਹਿਰਦੇ ਵਿੱਚ ਜਾਣਨ ਦਾ ਗਿਆਨ ਦਿੰਦੇ ਨੇ। ਉਹ ਸਮਝਾਉਂਦੇ ਨੇ ਕਿ ਮਨ ਦੇ ਵਿੱਚ ਪਰਮੇਸ਼ਰ ਹੈ, ਕਿਵੇਂ ਉਸ ਨੂੰ ਦੇਖਣਾ ਹੈ, ਉਹ ਸਾਰਾ ਗਿਆਨ ਦਿੰਦੇ ਨੇ ਵੇਦ ਕਤੇਬ, ਕਿਉਂਕਿ ਵੇਦਾਂ ਕਤੇਬਾਂ ਦੇ ਵਿੱਚ ਨਹੀਂ ਹੈ। ਜਾਣ ਲਿਓ ਹਰ ਜਨ ਮਨ ਮਾਹੀ, ਇਸ ਕਰਕੇ ਹਰੀ ਨੂੰ ਆਪਣੇ ਮਨ ਦੇ ਵਿੱਚ ਹੀ ਦੇਖ ਲੈਣਾ, ਪਹਿਚਾਣ ਲਵੋ, ਉਸ ਨੂੰ ਪ੍ਰਗਟ ਕਰ ਲਓ। ਗੁਰ ਦੇ ਗਿਆਨ ਦੁਆਰਾ ਪ੍ਰਗਟ ਹੋ ਜਾਂਦਾ, ਪਹਿਚਾਣੋ ਹਿਰਦੇ ਦੇ ਵਿੱਚ ਹੈ, ਵੇਦਾਂ ਕਤੇਬਾਂ ਦੇ ਵਿੱਚ ਨਹੀਂ, ਕਿਉਂਕਿ ਵੇਦ ਕਤੇਬ ਸਾਨੂੰ ਸਾਡੇ ਅੰਦਰ ਦਾ ਗਿਆਨ ਦਿੰਦੇ ਨੇ। ਆਂਖ ਮੂੰਦ ਕੋ ਡਿੰਬ ਦਿਖਾਵੇ, ਕੋਈ ਅੱਖਾਂ ਬੰਦ ਕਰਕੇ ਲੋਕਾਂ ਨੂੰ ਦਿਖਾਉਂਦਾ ਹੈ ਕਿ ਮੈਂ ਭਗਤੀ ਕਰਦਾ ਹਾਂ। ਅੰਦਰ ਕੀ ਪਦਵੀ ਕਹਿ ਪਾਵੇ, ਐਸੇ ਜੋ ਜੀਵਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਅੰਧੇ ਦੀ ਪਦਵੀ ਹੈ, ਅੰਧਾ ਹੈ, ਅੱਖਾਂ ਹੀ ਮੱਧ ਕੇ ਬੈਠ ਗਿਆ, ਲੋਕ ਨਾ ਦਿਸੇ ਤੇ ਨਾ ਪਰਲੋਕ ਦਿਸੇ। ਆਂਖ ਮੀਚ ਮਗ ਸੂਝ ਨਾ ਜਾਈ, ਅੱਖਾਂ ਮੀਚਣ ਨਾਲ ਰਸਤਾ ਦੀ ਸੋਝ ਹੀ ਨਹੀਂ ਆਉਂਦੀ। ਜੇ ਰਸਤਾ ਹੀ ਨਹੀਂ ਪਤਾ ਚੱਲਿਆ ਤੇ ਆਪਾਂ ਪਰਮੇਸ਼ਰ ਨੂੰ ਕਿਵੇਂ ਮਿਲਾਂਗੇ। ਤਾਂ ਕੋ ਅਨੰਤ ਤਾਹੇ ਅਨੰਤ ਮਿਲੇ ਕਿਮ ਭਾਈ, ਕਹਿੰਦੇ ਉਹਨੂੰ ਪਰਮੇਸ਼ਰ ਕਿਵੇਂ ਮਿਲੇਗਾ ਜੋ ਅਨੰਤ ਹੈ, ਕਿਉਂਕਿ ਉਹਨਾਂ ਨੂੰ ਮਾਰਗ ਹੀ ਨਹੀਂ ਪਤਾ, ਅੱਖਾਂ ਮੀਚ ਲਈਆਂ, ਰਸਤੇ ਭੁੱਲ ਗਏ ਜਿੱਥੇ ਆਪਾਂ ਚੱਲਣਾ ਸੀ, ਇੱਕ ਦ੍ਰਿਸ਼ਟ ਹੋ ਕੇ ਜਿਸ ਮਾਰਗ ਦੇ ਉੱਤੇ। ਬਹੁ ਵਿਸਥਾਰ ਕਹਿ ਲਓ ਕੋਈ ਕਹੈ, ਸਮਝ ਤਬਾਰਥਕ ਤੋਂ ਰਹੇ, ਜਿੰਨਾ ਮਰਜੀ ਵਿਸਥਾਰ ਨਾਲ ਕੋਈ ਕਹਿ ਲਵੇ, ਕਿਉਂਕਿ ਪਰਮੇਸ਼ਰ ਹੈ, ਪੁੱਜਣ ਦੇ ਵਿੱਚ ਹੈ, ਤੇ ਸਮਝਤ ਵਾਰ ਥਕਤ ਹੋਏ ਰਹੇ। ਜਿੰਨਾ ਮਰਜੀ ਕੋਸ਼ਿਸ਼ ਕਰ ਲਵੇ, ਪੜ੍ਹ ਕੇ ਨਹੀਂ ਸਮਝ ਸਕਦਾ, ਥੱਕ ਜਾਏਗਾ। ਰਸਨਾ ਧਰੇ ਕਈ ਕੋ ਜੋ ਕੋਟਾ, ਤਦਪ ਗਣਤ ਤੇ ਪਰਤ ਸੁਤੋਟਾ। ਜਿੰਨੀਆਂ ਮਰਜੀ ਜੀਭਾ ਧਰ ਲਵੇ, ਜਿੰਨਾ ਮਰਜੀ ਅੱਖਾਂ ਮੀਚ ਕੇ ਕਰੀ ਜਾਵੇ, ਪਰ ਪਰਮੇਸ਼ਰ ਨੂੰ ਨਹੀਂ ਜਾਣ ਸਕਦਾ। ਤਦਪ ਗਣਤ ਤੇ ਪਰਤ ਸੁਤੋਟਾ, ਤਾਂ ਵੀ ਕਿਉਂਕਿ ਉਸ ਨੂੰ ਧਿਆਨ ਦੁਆਰਾ ਦੇਣਾ ਜਾਣਾ ਹੈ। ਜਿਨ੍ਹਾਂ ਦੇਖਿਆ ਉਹ ਰਸਨਾ ਦੁਆਰਾ ਉਸ ਦਾ ਗੁਰ ਦਾ ਗਿਆਨ ਦਿੰਦੇ ਨੇ, ਲੇਕਿਨ ਸਿਰਫ ਕਹਿਣ ਦੇ ਨਾਲ, ਅੱਖਾਂ ਮੀਚ ਕੇ ਕਰਨ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ। ਅਸੀਂ ਦੋਨੋਂ ਗਵਾ ਲੈਂਦੇ, ਕਹਾਂ ਪਇਓ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਖ ਧਿਆਨ ਲਗਾਇਓ, ਨਾਥ ਫਿਰਿਓ ਲਿਏ ਸਾਤ ਸਮੁੰਦਰ ਲੋਕ ਗਇਓ, ਪਰ ਲੋਕ ਗਵਾਇਓ ਬਾਸ कियो बख्यान सो बैठ के, ऐसे ही ऐसे सो बैस बतायो, साच कहो सुन ले हो सब है, जिन प्रेम कियो तिन ही प्रभ पायो। दोहरा, जब आयस प्रभ को पयो जन्म तरा जग आए। जब प्रभु ਨੂੰ ਪਾਇਆ ਤੇ ਅਸੀਂ ਸੰਸਾਰ ਦੇ ਵਿੱਚ ਜਨਮ ਲੈ ਕੇ ਆ ਗਏ। ਅਬ ਮੈਂ ਕਥਾ ਸੰਖੇਪ ਤੇ ਸਭੂ ਕਹਿਤ ਸੁਣਾ। ਹੁਣ ਇਸ ਕਥਾ ਸੀ ਜਿਹੜੀ ਇਹ ਸਾਰੇ ਲੋਕ ਆ ਕੇ ਸੰਸਾਰ ਦੇ ਵਿੱਚ ਦੱਸੀ ਗੁਰੂ ਸਾਹਿਬ ਜੀ ਨੇ, ਵੀ ਇਸ ਕਾਰਜ ਵਾਸਤੇ ਮੈਂ ਸੰਸਾਰ ਦੇ ਵਿੱਚ ਆਇਆ ਹਾਂ। ਅਤੇ ਉਹਨਾਂ ਆ ਕੇ ਸਾਰਾ ਦੱਸਿਆ। ਅਤੇ ਆਪਾਂ ਜੇ ਹੁਣ ਉਹਨਾਂ ਨੂੰ ਮੰਨਦੇ ਹਾਂ, ਉਹਨਾਂ ਦੇ ਆਉਣ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ, ਅਤੇ ਫਿਰ ਸਾਨੂੰ ਉਹਨਾਂ ਦੇ ਉਪਦੇਸ਼ ਨੂੰ ਮੰਨਣਾ ਚਾਹੀਦਾ ਹੈ, ਕਿਉਂਕਿ ਤਾਂ ਹੀ ਉਹਨਾਂ ਦੇ ਆਉਣ ਦਾ ਦਿਹਾੜਾ ਮਨਾਉਣ ਦਾ ਫਾਇਦਾ ਹੈ, ਜੇ ਉਹਨਾਂ ਵੱਲੋਂ ਦਿੱਤੇ ਉਪਦੇਸ਼ ਨੂੰ ਆਪਾਂ ਮੰਨਦੇ ਹਾਂ। ਲੇਕਿਨ ਆਪਾਂ ਸਿਰਫ ਦਿਖਾਵਾ ਕਰਦੇ ਹਾਂ, ਮੰਨਦੇ ਨਹੀਂ ਹਾਂ। ਸੋ ਗੁਰਮੁਖ ਪਿਆਰਿਓ, ਹੁਣ ਸਮਾਂ ਵੀ ਹੋ ਗਿਆ, ਅਭਿਆਸ ਆਪਾਂ ਪਹਿਲਾਂ ਕਰ ਲਿਆ ਸੀ, ਕਿਉਂਕਿ ਸ਼ਾਮ ਨੂੰ ਹੋ ਸਕਦਾ ਅੱਜ ਆਪਣਾ ਨਾ ਹੋ ਸਕੇ ਪ੍ਰੋਗਰਾਮ ਜਿਹੜਾ ਸ਼ਾਮ ਦਾ ਕਰਦੇ ਹਾਂ। ਇਸ ਕਰਕੇ ਆਪਾਂ ਇਹ ਵਿਚਾਰ ਜੋ ਕਰਨੀ ਸੀ, ਤਾਂ ਕਿ ਸਾਨੂੰ ਪੂਰੀ ਵਿਚਾਰ ਹੋ ਜਾਵੇ, ਇਸ ਕਰਕੇ ਆਪਾਂ ਇਸ ਸਵੇਰ ਦਾ ਸਮਾਂ ਰੱਖਿਆ ਸੀ। ਸੋ ਇੰਨੇ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਕਿਉਂਕਿ ਆਪਾਂ ਭੁੱਲਣ ਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਹਾਂ ਆਪਣੀ,
ਜਿੰਨਾ ਕੁ ਆਪਣਾ ਅਭਿਆਸ ਹੈ, ਕਿਉਂਕਿ ਉਹ ਅਥਾਹ ਸਨ। ਆਪਾਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ। ਆਪਾਂ ਕੋਸ਼ਿਸ਼ ਕਰਦੇ ਹਾਂ ਜਿੰਨੀ ਕੁ ਸਮਝ ਆਉਂਦੀ ਹੈ ਉਸ ਨੂੰ ਆਪਣੇ ਜੀਵਨ ਦੇ ਵਿੱਚ ਵਿਚਰਨ ਦੀ, ਕਮਾਉਣ ਦੀ। ਇਸ ਕਰਕੇ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।